प्यारे विद्यार्थियों, मैं डॉक्टर तिलक राज, असिस्टेंट प्रोफैसर गुरु नानक खालसा कॉलेज यमुनानगर तो ਤੁਹਾਡਾ ਸਾਰਿਆਂ ਦਾ BA BSc ਸੈਕੰਡ ਦੇ ਸਮੈਸਟਰ 3rd ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਡੇ ਪਾਠਕ੍ਰਮ ਦੇ ਵਿੱਚ ਲੱਗੀ ਕਾਵਿ ਪੁਸਤਕ ਕਾਵਿ ਤਰੰਗਾਂ ਦੇ ਕਿੱਸਾ ਕਾਵਿ-ਧਾਰਾ ਭਾਗ ਵਿੱਚੋਂ ਮੁਕਬਲ ਦੁਆਰਾ ਰਚਿਤ ਹੀਰ ਰਾਂਝਾ ਦੇ ਕਿੱਸੇ ਬਾਰੇ ਗੱਲ ਕਰਾਂਗੇ। ਮੁਕਬਲ ਦੇ ਲਿਖੇ ਕਿੱਸੇ ਹੀਰ ਰਾਂਝਾ ਦੇ ਵਿੱਚੋਂ ਕੁਝ ਚੋਣਵੇਂ ਬੰਦ ਤੁਹਾਡੀ ਪਾਠ ਪੁਸਤਕ ਕਾਵਿ ਤਰੰਗਾਂ ਦਾ ਹਿੱਸਾ ਨੇ। ਸਾਰਾ ਕਿੱਸਾ ਤਾਂ ਨਹੀਂ ਲਿਆ ਜਾ ਸਕਦਾ, ਲੇਕਿਨ ਕੁਝ ਚੋਣਵੇਂ ਬੰਦ ਜਿਹੜੇ ਨੇ ਉਹ ਤੁਹਾਡੀ ਕਾਵਿ ਪੁਸਤਕ ਦੇ ਵਿੱਚ ਇਸ ਪੁਸਤਕ ਦੇ ਸੰਪਾਦਕਾਂ ਨੇ ਸ਼ਾਮਲ ਕੀਤੇ ਨੇ ਤੇ ਅੱਜ ਅਸੀਂ ਉਹਨਾਂ ਕਾਵਿ ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਵਿਦਿਆਰਥੀਓ, ਪ੍ਰਸੰਗ ਸਹਿਤ ਵਿਆਖਿਆ ਕਰਦਿਆਂ ਹੋਇਆਂ ਕਈ ਵਾਰੀ ਵਿਦਿਆਰਥੀ ਜਿਹੜੇ ਨੇ ਬਹੁਤ ਜ਼ਿਆਦਾ ਗਲਤੀ ਕਰਦੇ ਨੇ ਕਿ ਪ੍ਰਸੰਗ ਲਿਖਦਿਆਂ ਹੋਇਆਂ ਸਿਰਫ ਇੱਕ ਲਾਈਨ ਦੇ ਵਿੱਚ ਜਾਂ ਦੋ ਲਾਈਨਾਂ 'ਚ ਪ੍ਰਸੰਗ ਖਤਮ ਕਰ ਦਿੰਦੇ ਨੇ। ਇਹ ਕਾਵਿ ਲਾਈਨਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਲਈਆਂ ਗਈਆਂ ਹਨ ਤੇ ਕਈ ਵਾਰੀ ਕਵੀ ਦਾ ਨਾਮ ਵੀ ਨਹੀਂ ਪਤਾ ਹੁੰਦਾ ਨਾ। ਅਜਿਹਾ ਨਹੀਂ ਕਰਨਾ। ਪ੍ਰਸੰਗ ਲਿਖਣ ਲੱਗਿਆਂ ਅਗਰ ਅਸੀਂ 5 ਚੀਜ਼ਾਂ ਯਾਦ ਰੱਖ ਲਈਏ ਔਰ ਪੰਜਾਂ ਦੇ ਬਾਰੇ ਇੱਕ ਲਾਈਨ ਡੇਢ ਲਾਈਨ ਲਿਖ ਦਈਏ ਤੇ 6-7 ਲਾਈਨਾਂ ਦਾ ਪ੍ਰਸੰਗ ਬਣ ਜਾਂਦਾ। ਉਹ ਯਾਦ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਨੇ ਪ੍ਰਸੰਗ ਦੇ ਵਿੱਚ? ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਪਾਠ ਪੁਸਤਕ ਦੇ ਸੰਪਾਦਕਾਂ ਦਾ ਨਾਮ ਪਤਾ ਹੋਵੇ। ਇਸ ਪੁਸਤਕ ਦੇ ਸੰਪਾਦਕ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਡਾਕਟਰ ਹਰਜੀਤ ਸਿੰਘ ਤੇ ਡਾਕਟਰ ਰਤਨ ਸਿੰਘ ਢਿੱਲੋਂ ਇਹ ਸਾਡੇ ਇਸ ਕਾਵਿ ਤਰੰਗਾਂ ਪੁਸਤਕ ਦੇ ਜਿਹੜੇ ਸੰਪਾਦਕ ਨੇ। ਸੰਪਾਦਕਾਂ ਦੇ ਨਾਮ ਦੇ ਨਾਲ ਪੁਸਤਕ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਔਰ ਪਤਾ ਹੀ ਹੈ ਕਾਵਿ ਤਰੰਗਾਂ ਪੁਸਤਕ ਆ। ਫਿਰ ਉਸ ਪੁਸਤਕ ਦੇ ਵਿੱਚੋਂ ਕਿਹੜੇ ਕਵੀ ਦੀਆਂ ਲਾਈਨਾਂ ਜਿਹੜੀਆਂ ਉਹ ਲਈਆਂ ਗਈਆਂ ਨੇ, ਉਸ ਕਵੀ ਦਾ ਨਾਮ ਜਿਸ ਦੀ ਕਵਿਤਾ ਚੋਂ ਲਾਈਨਾਂ ਪ੍ਰਸੰਗ ਵਿਆਖਿਆ ਵਾਸਤੇ ਲਈਆਂ ਗਈਆਂ ਨੇ। ਫਿਰ ਉਸ ਦੀ ਕਵਿਤਾ ਦਾ ਨਾਮ ਪਤਾ ਹੋਣਾ ਚਾਹੀਦਾ ਔਰ ਫਿਰ ਉਸ ਕਵਿਤਾ ਦੇ ਵਿੱਚ ਉਸ ਦੇ ਕਹਿਣ ਦਾ ਕੀ ਭਾਵ ਹੈ, ਕੀ ਉਹ ਗੱਲ ਕਹਿਣਾ ਚਾਹੁੰਦਾ। ਇਹ 5 ਚੀਜ਼ਾਂ ਅਗਰ ਯਾਦ ਰੱਖੀਆਂ ਜਾਣ ਤੇ ਉਹ ਪ੍ਰਸੰਗ ਜਿਹੜਾ ਬਹੁਤ ਵਧੀਆ ਅਸੀਂ ਬਣਾ ਸਕਦੇ ਹਾਂ। ਸਾਰੇ ਜਣੇ ਇਹ 5 ਚੀਜ਼ਾਂ ਜਿਹੜੀਆਂ ਜ਼ਰੂਰ ਯਾਦ ਰੱਖਿਓ। ਹੁਣ ਅਸੀਂ ਪ੍ਰਸੰਗ ਵਿਆਖਿਆ ਜਿਹੜੀ ਕਿਸ ਤਰ੍ਹਾਂ ਕਰਨੀ ਹੈ ਇਸ ਦੇ ਬਾਰੇ ਤੁਹਾਨੂੰ ਮੈਂ ਜਿਹੜਾ ਜਾਣਕਾਰੀ ਦੇਵਾਂਗਾ। ਪ੍ਰਸੰਗ ਸਹਿਤ ਵਿਆਖਿਆ ਕਰਦਿਆਂ ਹੋਇਆਂ ਜਿਹੜਾ ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਲਿਖਣਾ ਹੁੰਦਾ ਹੈ। ਜਿਵੇਂ ਮੈਂ ਇੱਕ ਬੰਦ ਜਿਹੜਾ ਸਭ ਤੋਂ ਪਹਿਲਾਂ ਉਹ ਪੜ੍ਹਨ ਲੱਗਾ ਕਿ ਕਹਿਆ ਆਸ਼ਕਾਂ ਹੁਕਮ ਮਨਜ਼ੂਰ ਹੋਇਆ, ਕਿੱਸਾ ਹੀਰ ਤੇ ਰਾਂਝੇ ਦਾ ਜੋੜੀਏ ਜੀ। ਕੜਕੀ ਇਸ਼ਕ ਦੀ ਭਾ ਪਤੰਗ ਵਾਂਗੂ, ਮੂਲ ਜਲਦਿਆਂ ਅੰਗ ਨਾ ਮੋੜੀਏ ਜੀ। ਭੁੱਜ ਮਰਨ ਕਬੂਲ ਹੈ ਆਸ਼ਕਾਂ ਨੂੰ, ਨੇਹੋਂ ਲਾਇ ਕੇ ਮੂਲ ਨਾ ਤੋੜੀਏ ਜੀ। ਮੁਕਬਲ ਗੱਲ ਕੀਤੀ ਮੇਰੇ ਹੱਡ ਪਈ, ਗੱਲ ਪਈ ਨਿਭਾਣੀ ਲੋੜੀਏ ਜੀ। ਹੁਣ ਇਹ ਲਾਈਨਾਂ ਜਿਹੜੀਆਂ ਇਹ ਕਾਵਿ ਬੰਦ ਜਿਹੜਾ ਮੁਕਬਲ ਦੇ ਕਿੱਸੇ ਹੀਰ ਰਾਂਝਾ ਦੇ ਵਿੱਚੋਂ ਹੈ। ਇਹਨਾਂ ਲਾਈਨਾਂ ਦੇ ਬਾਰੇ ਅਸੀਂ ਜਿਹੜਾ ਪ੍ਰਸੰਗ ਪਹਿਲਾਂ ਸਭ ਤੋਂ ਜਿਹੜਾ ਲਿਖਣਾ ਇਸ ਦਾ ਕਿ ਇਹ ਕਾਵਿ ਬੰਦ ਜਾਂ ਇਹ ਕਾਵਿ ਲਾਈਨਾਂ ਕਿਹੜੀਆਂ ਜਿਹੜੀਆਂ ਮੈਂ ਹੁਣੇ ਪੜ੍ਹੀਆਂ, ਜਿਹੜੀਆਂ ਤੁਹਾਡੇ ਸਾਹਮਣੇ ਹੋਣ, ਜਾਂ ਇੰਝ ਕਹਿ ਲਈਏ ਜਿਹੜੀਆਂ ਤੁਹਾਨੂੰ ਪੇਪਰ 'ਚ ਪ੍ਰਸੰਗ ਕਰਨ ਵਾਸਤੇ ਆਉਣਗੀਆਂ, ਕਿ ਇਹ ਕਾਵਿ ਲਾਈਨਾਂ ਡਾਕਟਰ ਹਰਜੀਤ ਸਿੰਘ ਅਤੇ ਡਾਕਟਰ ਰਤਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਪਾਠ ਪੁਸਤਕ ਕਾਵਿ ਤਰੰਗਾਂ ਦੇ ਕਿੱਸਾ ਕਾਵਿ ਧਾਰਾ ਭਾਗ ਵਿੱਚ ਦਰਜ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਮੁਕਬਲ ਦੀ ਰਚਨਾ ਹੀਰ ਰਾਂਝਾ ਵਿੱਚੋਂ ਲਈਆਂ ਗਈਆਂ ਹਨ। ਇਸ ਕਿੱਸੇ ਵਿੱਚ ਮੁਕਬਲ ਨੇ ਹੀਰ ਅਤੇ ਰਾਂਝੇ ਦੀ ਇਸ਼ਕ ਕਹਾਣੀ ਨੂੰ ਸੁਖਾਂਤਕ ਰੂਪ ਦੇ ਵਿੱਚ ਬਿਆਨ ਕੀਤਾ ਹੈ ਔਰ ਇਹਨਾਂ ਲਾਈਨਾਂ ਦੇ ਵਿੱਚ ਕਵੀ ਆਪਣੇ ਕਿੱਸਾ ਲਿਖਣ ਦਾ ਕਾਰਨ ਜਿਹੜਾ ਹੈ ਉਹ ਦੱਸਦਾ। ਕਵੀ ਕਹਿੰਦਾ ਹੈ, ਕਹਿਆ ਆਸ਼ਕਾਂ ਹੁਕਮ ਮਨਜ਼ੂਰ ਹੋਇਆ, ਕਿੱਸਾ ਹੀਰ ਤੇ ਰਾਂਝੇ ਦਾ ਜੋੜੀਏ ਜੀ। ਕਿ ਮੈਨੂੰ ਕੁਝ ਆਸ਼ਿਕ ਤਬੀਅਤ ਦੇ ਮੇਰੇ ਮਿੱਤਰ, ਮੇਰੇ ਦੋਸਤ ਜਿਹੜੇ ਸੀ, ਉਹਨਾਂ ਨੇ ਆਣ ਕੇ ਕਿਹਾ ਕਿ ਹੀਰ ਤੇ ਰਾਂਝੇ ਦਾ ਕਿੱਸਾ ਜਿਹੜਾ ਉਹ ਲਿਖਣਾ ਚਾਹੀਦਾ ਤੈਨੂੰ, ਤੇ ਮੈਂ ਉਹਨਾਂ ਦਾ ਹੁਕਮ ਜਿਹੜਾ ਸਿਰ ਮੱਥੇ ਕਰਕੇ ਮਨਜ਼ੂਰ ਕਰ ਲਿਆ। ਹੀਰ ਰਾਂਝੇ ਦਾ ਕਿੱਸਾ ਜਿਹੜਾ ਉਹ ਲਿਖਣ ਦੀ ਸੋਚ ਲਈ। ਕੜਕੀ ਇਸ਼ਕ ਦੀ ਭਾ ਪਤੰਗ ਵਾਂਗੂ, ਮੂਲ ਜਲਦਿਆਂ ਅੰਗ ਨਾ ਮੋੜੀਏ ਜੀ। ਹੀਰ ਰਾਂਝੇ ਦੀ ਇਸ਼ਕ ਕਹਾਣੀ ਦੇ ਬਾਰੇ ਸੁਣ ਕੇ ਮੇਰੇ ਆਪਣੇ ਅੰਦਰ ਜਿਹੜਾ ਸੀ ਉਹ ਇਸ਼ਕ ਦੀ ਚਿੰਗਾੜੀ ਲੱਗ ਗਈ ਤੇ ਆਸ਼ਕ ਜਿਹੜੇ ਹੁੰਦੇ ਨੇ ਉਹ ਪਤੰਗੇ ਦੇ ਵਾਂਗ, ਜਿਵੇਂ ਪਤੰਗਾ ਜਿਹੜਾ ਉਹ ਦੀਵੇ ਦੀ ਲਾਟ ਦੇ ਉੱਤੇ ਸੜ ਜਾਂਦਾ ਪਰ ਵਾਪਸ ਨਹੀਂ ਆਉਂਦਾ, ਇਸ ਤਰ੍ਹਾਂ ਆਸ਼ਕ
ਜਿਹੜੇ ਨੇ ਉਹਨਾਂ ਦੀ ਤਬੀਅਤ ਵੀ, ਉਹਨਾਂ ਦਾ ਵੀ ਜਿਹੜਾ ਕਹਿ ਸਕਦੇ ਹਾਂ ਅਸੀਂ ਸੁਭਾਅ, ਉਹ ਇਸ ਤਰ੍ਹਾਂ ਦਾ ਹੁੰਦਾ ਕਿ ਮਰਨਾ ਕਬੂਲ ਕਰ ਲੈਂਦੇ ਨੇ ਪਰ ਪਿਛਾਂ ਪੈਰ ਨਹੀਂ ਇਸ਼ਕ ਦੇ ਵਿੱਚੋਂ ਮੋੜਦੇ। ਪੁੱਜ ਮਰਨ ਕਬੂਲ ਹੈ ਆਸ਼ਕਾਂ ਨੂੰ, ਨਿਉ ਲਾਇ ਕੇ ਮੂਲ ਨਾ ਤੋੜੀਏ। ਜਿਵੇਂ ਮੈਂ ਪਹਿਲਾਂ ਗਿਆ ਕਿ ਆਸ਼ਕਾਂ ਨੂੰ ਵੀ ਉਸ ਪਤੰਗੇ ਦੇ ਵਾਂਗ ਭੁੱਜ ਕੇ ਮਰ ਜਾਣਾ, ਇਸ਼ਕ ਦੇ ਵਿੱਚ ਭੁੱਜ ਕੇ ਮਰ ਜਾਣਾ ਜਿਹੜਾ ਉਹ ਮਨਜ਼ੂਰ ਹੁੰਦਾ, ਪਰ ਪਿਆਰ ਪਾ ਕੇ ਇੱਕ ਦੂਜੇ ਨਾਲ ਕਦੇ ਵੀ ਉਹ ਤੋੜਦੇ ਨਹੀਂਗੇ, ਭਾਵ ਤੋੜ ਨਿਭਾਉਂਦੇ ਨੇ। ਮੁਕਬਲ ਗੱਲ ਕੀਤੀ ਮੇਰੇ ਹੱਡ ਪਈ, ਗੱਲ ਪਈ ਨਿਭਾਣੀ ਲੋੜੀਏ ਜੀ। ਆਖਰੀ ਲਾਈਨਾਂ ਦੇ ਵਿੱਚ ਮੁਕਬਲ ਕਹਿੰਦਾ ਕਿ ਉਹਨਾਂ ਦੋਸਤਾਂ ਨੇ ਮੇਰੇ ਕੋਲ ਇਹ ਗੱਲ ਕੀਤੀ ਹੀਰ ਤੇ ਰਾਂਝੇ ਦੇ ਇਸ਼ਕ ਦੀ, ਤੇ ਮੇਰੇ ਦਿਲ ਨੂੰ ਉਹ ਗੱਲ ਲੱਗ ਗਈ ਤੇ ਮੈਂ ਉਸ ਗੱਲ ਨੂੰ ਉਹਨਾਂ ਦੀ ਨੂੰ ਜਿਹੜਾ ਸਿਰ ਮੱਥੇ ਕਰਕੇ ਮੰਨਿਆ ਤੇ ਉਹਨਾਂ ਦੀ ਗੱਲ ਨਿਭਾਉਣ ਵਾਸਤੇ ਮੈਂ ਆਪਣਾ ਪੂਰਾ ਯਤਨ ਜਿਹੜਾ ਹੈ ਉਹ ਕਰਨ ਲੱਗਾ। ਇਸ ਤਰ੍ਹਾਂ ਮੈਂ ਹੀਰ ਤੇ ਰਾਂਝੇ ਦਾ ਕਿੱਸਾ ਜਿਹੜਾ ਉਹ ਜੋੜਿਆ, ਲਿਖਿਆ ਆਪਣੇ ਮਿੱਤਰਾਂ ਦੇ ਕਹਿਣ ਦੇ ਉੱਤੇ। ਅੱਗੇ ਲਿਖਦਾ ਕਵੀ, ਮੌਜੂ ਜੱਟ ਦਾ ਲਾਡਲਾ ਨਾਉ ਧੀਦੋ, ਵਿੱਚ ਤਖਤ ਹਜ਼ਾਰੇ ਦੇ ਵਸਦਾ ਸੀ। ਮੂੰਹੋਂ ਝੜਨ ਗੁਲਾਬ ਦੇ ਫੁੱਲ ਤਾਜੇ, ਜਦੋਂ ਖੁੱਲ ਕੇ ਸੋਹਣਾ ਹੱਸਦਾ ਸੀ। ਨੈਣਾ ਹੀਰ ਦਿਆਂ ਖਾਬ ਵਿੱਚ ਜ਼ਿਬਾ ਕੀਤਾ, ਭੇਤ ਕਿਸੇ ਨੂੰ ਮੂਲ ਨਾ ਦੱਸਦਾ ਸੀ। ਦਿਨ ਰਾਤ ਮਹਿਬੂਬ ਦੇ ਦੇਖਣੇ ਨੂੰ, ਪਿਆ ਮੁਕਬਲੇ ਵਾਂਗ ਤਰਸਦਾ ਸੀ। ਇਹਨਾਂ ਲਾਈਨਾਂ ਦੇ ਵਿੱਚ ਵੀ ਪ੍ਰਸੰਗ ਅਸੀਂ ਪਹਿਲਾਂ ਵਾਂਗ ਹੀ ਜਿਹੜਾ ਉਹ ਲਿਖਣਾ ਹੈ। ਕਿਵੇਂ ਕਿ ਇਹ ਕਾਵਿ ਲਾਈਨਾਂ ਡਾਕਟਰ ਹਰਜੀਤ ਸਿੰਘ ਅਤੇ ਡਾਕਟਰ ਰਤਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਪਾਠ ਪੁਸਤਕ ਕਾਵਿ ਤਰੰਗਾਂ ਦੇ ਕਿੱਸਾ ਕਾਵਿ-ਧਾਰਾ ਭਾਗ ਵਿੱਚ ਦਰਜ ਪੰਜਾਬੀ ਦੇ ਪ੍ਰਸਿੱਧ ਕਿੱਸਾ ਕਵੀ ਜਾਂ ਕਿੱਸਾਕਾਰ ਮੁਕਬਲ ਦੀ ਰਚਨਾ ਹੀਰ ਰਾਂਝਾ ਵਿੱਚੋਂ ਲਈਆਂ ਗਈਆਂ ਹਨ। ਇਸ ਕਿੱਸੇ ਵਿੱਚ ਕਵੀ ਨੇ ਜਾਂ ਕਿੱਸਾਕਾਰ ਨੇ ਹੀਰ ਤੇ ਰਾਂਝੇ ਦੀ ਕਹਾਣੀ ਨੂੰ ਸੁਖਾਂਤਕ ਰੂਪ ਵਿੱਚ ਬਿਆਨ ਕੀਤਾ ਹੈ। ਔਰ ਇਹਨਾਂ ਲਾਈਨਾਂ 'ਚ ਕਵੀ ਨੇ ਰਾਂਝੇ ਦੀ ਸੁੰਦਰਤਾ ਦਾ ਬਿਆਨ ਕਰਨ ਦੇ ਨਾਲ ਨਾਲ ਸੁਪਨੇ ਦੇ ਵਿੱਚ ਉਸ ਨੂੰ ਹੀਰ ਦਾ ਦਰਸ਼ਨ ਜਿਹੜਾ ਹੀਰ ਦਾ ਹੋਇਆ, ਸੁਪਨੇ ਦੇ ਵਿੱਚ ਉਸ ਦਾ ਹੀਰ ਦੇ ਨਾਲ ਮਿਲਾਪ ਹੋਇਆ, ਇਸ ਸਥਿਤੀ ਦਾ ਜ਼ਿਕਰ ਕੀਤਾ ਹੈ। ਕਹਿੰਦਾ ਮੌਜੂ ਜੱਟ ਦਾ ਲਾਡਲਾ ਨਾਉ ਧੀਦੋ, ਵਿੱਚ ਤਖਤ ਹਜ਼ਾਰੇ ਦੇ ਵਸਦਾ ਸੀ। ਕਿ ਮੌਜੂ ਜੱਟ ਦਾ ਲਾਡਲਾ ਪੁੱਤਰ ਜਿਸ ਦਾ ਨਾਮ ਧੀਦੋ ਸੀ, ਰਾਂਝਾ ਸੀ, ਉਹ ਤਖਤ ਹਜ਼ਾਰੇ ਦੇ ਵਿੱਚ ਰਹਿੰਦਾ ਸੀ। ਤਖਤ ਹਜ਼ਾਰਾ ਪਿੰਡ ਦਾ ਨਾਮ ਸੀ। ਮੂੰਹੋਂ ਝੜਨ ਗੁਲਾਬ ਦੇ ਫੁੱਲ ਤਾਜੇ, ਜਦੋਂ ਖੁੱਲ ਕੇ ਸੋਹਣਾ ਹੱਸਦਾ ਸੀ। ਤੇ ਜਦੋਂ ਖੁੱਲ ਕੇ ਹੱਸਦਾ ਸੀ, ਇੰਨਾ ਸੋਹਣਾ ਸੀ ਉਹ ਕਿ ਜਦੋਂ ਖੁੱਲ ਕੇ ਹੱਸਦਾ ਸੀ ਉਦੋਂ ਇੰਜ ਲੱਗਦਾ ਸੀ ਜਿਵੇਂ ਉਹਦੇ ਮੂੰਹ ਚੋਂ ਗੁਲਾਬ ਦੇ ਫੁੱਲ, ਤਾਜੇ ਗੁਲਾਬ ਦੇ ਫੁੱਲ ਜਿਹੜੇ ਉਹ ਝੜ ਰਹੇ ਹੋਣ, ਇੰਨਾ ਸੁੰਦਰ ਸੀ ਉਹ। ਨੈਣਾ ਹੀਰ ਦਿਆਂ ਖਾਬ ਵਿੱਚ ਜ਼ਿਬਾ ਕੀਤਾ, ਭੇਤ ਕਿਸੇ ਨੂੰ ਮੂਲ ਨਾ ਦੱਸਦਾ ਸੀ। ਨੈਣਾ ਹੀਰ ਦਿਆਂ ਖਾਬ ਵਿੱਚ ਜ਼ਿਬਾ ਕੀਤਾ, ਭੇਤ ਕਿਸੇ ਨੂੰ ਮੂਲ ਨਾ ਦੱਸਦਾ ਸੀ। ਕਿ ਸੁਪਨੇ ਦੇ ਵਿੱਚ, ਖਾਬ ਦੇ ਵਿੱਚ ਉਸ ਨੂੰ ਜਿਹੜਾ ਹੀਰ ਮਿਲੀ, ਹੀਰ ਦੇ ਨਾਲ ਉਸ ਦਾ ਮਿਲਾਪ ਹੋਇਆ, ਹੀਰ ਦੇ ਦਰਸ਼ਨ ਹੋਏ ਉਸ ਨੂੰ ਸੁਪਨੇ ਦੇ ਵਿੱਚ, ਤੇ ਉਸ ਦੇ ਨੈਣ ਰੂਪੀ ਤੀਰ ਜਿਹੜੇ ਉਸ ਦੇ ਦਿਲ ਦੇ ਵਿੱਚ ਬੁਰੀ ਤਰ੍ਹਾਂ ਖੁੱਭ ਗਏ, ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਭਾਵ ਉਸ ਦੇ ਇਸ਼ਕ ਦੇ ਵਿੱਚ ਜ਼ਖਮੀ ਹੋ ਗਿਆ। ਪਰ ਇਸ ਗੱਲ ਦਾ ਭੇਤ ਉਹ ਕਿਸੇ ਨਾਲ ਸਾਂਝਾ ਨਹੀਂ ਸੀ ਕਰਦਾ, ਕਿਸੇ ਨੂੰ ਇਸ ਗੱਲ ਬਾਰੇ ਉਹ ਦੱਸਦਾ ਨਹੀਂ ਸੀ, ਜ਼ਿਕਰ ਨਹੀਂ ਸੀ ਕਰਦਾ। ਪਰ ਦਿਨ ਰਾਤ ਮਹਿਬੂਬ ਦੇ ਦੇਖਣੇ ਨੂੰ ਪਿਆ ਮੁਕਬਲੇ ਵਾਂਗ ਤਰਸਦਾ ਸੀ। ਅੰਤਲੀਆਂ ਲਾਈਨਾਂ 'ਚ ਮੁਕਬਲ ਕਹਿੰਦਾ ਕਿ ਭੇਤ ਬੇਸ਼ੱਕ ਉਹ ਕਿਸੇ ਨੂੰ ਨਹੀਂ ਸੀ ਦੱਸਦਾ, ਪਰ ਦਿਨ ਰਾਤ ਆਪਣੇ ਮਹਿਬੂਬ ਨੂੰ, ਹੀਰ ਨੂੰ ਵੇਖਣ ਵਾਸਤੇ ਉਹ ਤਰਸਣ ਲੱਗਾ। ਰਾਂਝਾ ਦਿਨ ਰਾਤ ਉਸ ਨੂੰ ਇੱਕੋ ਹੀ ਗੱਲ ਜਿਹੜੀ ਸੀ ਉਸ ਦੇ ਦਿਮਾਗ 'ਚ ਸੀ ਕਿ ਉਹ ਹੀਰ ਨੂੰ ਜਿਹੜਾ ਉਹ ਮਿਲੇ, ਇਸ ਗੱਲ ਲਈ ਉਹ ਤਰਸਣ ਲੱਗਾ। ਫਿਰ ਲਿਖਦਾ, ਦਰਦਮੰਦ ਗਰੀਬ ਯਤੀਮ ਰਾਂਝਾ, ਮਾਪੇ ਮਰਦਿਆਂ ਦਿੱਤੀ ਸੁਹਾਰ ਦਮਾ। ਕਦੀ ਕੰਮ ਨੂੰ ਹੱਥ ਨਾ ਲਾਇਆ ਸੀ, ਇੱਕ ਵਾਰ ਵੀ ਘੇਰਿਆ ਅਣਕੰਮਾ। ਪਰੇਸ਼ਾਨਗੀ ਨਾਲ ਹੈਰਾਨ ਹੋਇਆ, ਰੋ ਰੋ ਆਖਦਾ ਹਾਏ ਮੈਂ ਨਿੱਜ ਜੰਮਾ। ਜਦੋਂ ਆਦਮੀ ਨੂੰ ਦੁੱਖ ਲੱਗਦੇ ਨੇ ਤਦੋਂ ਆਉਂਦੀ ਮੁਕਬਲਾ ਯਾਦ ਅੰਮਾ। ਹੁਣ ਇਸ ਬੰਦ ਦੇ ਵਿੱਚ ਪ੍ਰਸੰਗ ਜਦੋਂ ਅਸੀਂ ਕਰਾਂਗੇ, ਪ੍ਰਸੰਗ ਉਸੇ ਤਰ੍ਹਾਂ ਹੀ ਇਸਦਾ ਰਹਿਣਾ ਕਿ ਇਹ ਕਾਵਿ ਲਾਈਨਾਂ ਡਾਕਟਰ ਹਰਜੀਤ ਸਿੰਘ ਤੇ ਡਾਕਟਰ ਰਤਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਪਾਠ ਪੁਸਤਕ ਕਾਵਿ ਤਰੰਗਾਂ ਦੇ ਕਿੱਸਾ ਕਾਵਿ-ਧਾਰਾ ਭਾਗ ਵਿੱਚ ਦਰਜ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਮੁਕਬਲ ਦੀ ਰਚਨਾ ਹੀਰ ਤੇ ਰਾਂਝਾ ਵਿੱਚੋਂ ਲਈਆਂ ਗਈਆਂ ਹਨ, ਹੀਰ ਰਾਂਝਾ ਵਿੱਚੋਂ ਲਈਆਂ ਗਈਆਂ ਹਨ। ਇਸ ਕਿੱਸੇ ਵਿੱਚ ਮੁਕਬਲ ਨੇ ਹੀਰ ਤੇ ਰਾਂਝੇ ਦੀ ਇਸ਼ਕ ਕਹਾਣੀ ਨੂੰ ਸੁਖਾਂਤਕ ਰੂਪ 'ਚ ਬਿਆਨ ਕੀਤਾ ਹੈ। ਤੇ ਇਹਨਾਂ ਲਾਈਨਾਂ ਦੇ ਵਿੱਚ ਜਦੋਂ ਰਾਂਝਾ ਜਿਹੜਾ ਘਰ ਛੱਡ ਕੇ ਆਪਣੇ ਮਾਂ-ਬਾਪ ਦੀ ਮੌਤ ਤੋਂ ਬਾਅਦ ਚਲਾ ਜਾਂਦਾ ਹੈ, ਉਸ ਵਕਤ ਉਸ ਦੀ ਜੋ ਹਾਲਤ ਹੈ ਉਸ ਨੂੰ ਬਿਆਨ ਕੀਤਾ ਗਿਆ। ਦਰਦਮੰਦ ਗਰੀਬ ਯਤੀਮ ਰਾਂਝਾ। ਕਵੀ ਕਹਿੰਦਾ ਕਿ ਮਾਪਿਆਂ ਦੇ ਮਰਨ ਤੋਂ ਬਾਅਦ ਜਿਹੜਾ
ਉਹ ਰਾਂਝਾ ਆਪਣੇ ਆਪ ਨੂੰ ਯਤੀਮ ਵਾਂਗ ਮਹਿਸੂਸ ਕਰਨ ਲੱਗ ਪਿਆ। ਬੜਾ ਪਰੇਸ਼ਾਨ ਹੋਇਆ ਰਾਂਝਾ ਜਿਹੜਾ ਕਿ ਜਿਸ ਤਰ੍ਹਾਂ ਉਹ ਮਾਂ ਬਾਪ ਦੀ ਮੌਤ ਤੋਂ ਬਾਅਦ ਯਤੀਮ ਜਿਹੜਾ ਉਹ ਹੋ ਗਿਆ ਹੋਵੇ, ਅਨਾਥ ਜਿਹੜਾ ਹੋ ਗਿਆ ਹੋਵੇ। ਉਸਨੇ ਕਦੀ ਕੰਮ ਨੂੰ ਹੱਥ ਨਾ ਲਾਇਆ ਸੀ। ਇੱਕ ਵਾਰਗੀ ਘੇਰਿਆ ਅਣਕੰਮਾ। ਉਹ ਕਹਿੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਉਸਨੇ ਕੰਮ ਕਰਕੇ ਨਹੀਂ ਸੀ ਦੇਖਿਆ ਕਰ, ਪਰ ਹੁਣ ਐਸੀ ਮੁਸੀਬਤ ਪੈ ਗਈ, ਐਸੀ ਪਰੇਸ਼ਾਨੀ ਨੇ ਉਹਨੂੰ ਘੇਰ ਲਿਆ ਕਿ ਇੱਕੋ ਵਾਰੀ ਕਿੰਨੇ ਕੰਮ ਜਿਹੜੇ ਸੀ ਉਸਦੇ ਸਿਰ ਦੇ ਉੱਤੇ ਪੈ ਗਏ। ਪਰੇਸ਼ਾਨਗੀ ਨਾਲ ਹੈਰਾਨ ਹੋਇਆ, ਰੋ ਰੋ ਆਖਦਾ ਹਾਏ ਮੈਂ ਨਹੀਂ ਜੰਮਾ। ਇਸ ਪਰੇਸ਼ਾਨੀ ਕਰਕੇ ਉਹ ਜਿਹੜਾ ਸੀ ਬੜਾ ਹੈਰਾਨ ਰਹਿਣ ਲੱਗਾ, ਬੜਾ ਹੈਰਾਨ ਹੋਇਆ, ਬੜਾ ਪਰੇਸ਼ਾਨ ਹੋਇਆ ਤੇ ਰੋਂਦਾ ਹੋਇਆ ਇਹ ਸੋਚਣ ਲੱਗਾ ਕਿ ਇਸ ਨਾਲੋਂ ਮੈਂ ਜੰਮਦਾ ਹੀ ਨਾ ਤੇ ਚੰਗਾ ਸੀ। ਜਦੋਂ ਆਦਮੀ ਨੂੰ ਦੁੱਖ ਲੱਗਦੇ ਨੇ ਤਦੋਂ ਆਉਂਦੀ ਮੁਕਬਲਾ ਯਾਦ ਅੰਮਾ। ਇੱਥੇ ਮੁਕਬਲ ਨੇ ਇੱਕ ਅਟਲ ਸੱਚਾਈ ਜਿਹੜੀ ਉਹ ਬਿਆਨ ਕੀਤੀ ਆ ਕਿ ਜਦੋਂ ਬੰਦੇ ਨੂੰ ਦੁੱਖ ਲੱਗਦੇ ਨੇ, ਦੁੱਖ ਪੈਂਦੇ ਨੇ, ਦੁਖੀ ਹੁੰਦਾ ਜਦੋਂ ਬੰਦਾ, ਪਰੇਸ਼ਾਨ ਹੁੰਦਾ, ਉਸ ਵਕਤ ਉਸਨੂੰ ਆਪਣੀ ਮਾਂ ਦੀ ਜਿਹੜੀ ਉਹ ਯਾਦ ਆਉਂਦੀ ਆ। ਰਾਂਝਾ ਖਾਵਣੋਂ ਪੀਵਣੋਂ ਰਹਿ ਚੁੱਕਾ, ਮਾਰ ਹੀਰ ਦੇ ਇਸ਼ਕ ਹੈਰਾਨ ਕੀਤਾ। ਉੱਥੇ ਅਕਲ ਤੇ ਫਿਕਰ ਦੀ ਜਾ ਨਹੀਂ, ਜਿੱਥੇ ਇਸ਼ਕ ਨੇ ਆਣ ਮਕਾਨ ਕੀਤਾ। ਭੁੱਲੀ ਮੱਤ ਤੇ ਸੁਰਤ ਜਹਾਨ ਦੀ ਜੀ, ਚੰਗ ਜਾਮਨੇ ਦਾ ਸਮਿਆਨ ਕੀਤਾ। ਇਸ ਇਸ਼ਕ ਦੇ ਨਾਮ ਤੋਂ ਮੁਕਬਲੇ ਨੇ ਜੀਓ ਜਾਨ ਤੇ ਮਾਲ ਕੁਰਬਾਨ ਕੀਤਾ। ਰਾਂਝਾ ਖਾਵਣੋਂ ਪੀਵਣੋਂ ਰਹਿ ਚੁੱਕਾ। ਕਵੀ ਕਹਿੰਦਾ ਕਿ ਹੀਰ ਦੇ ਇਸ਼ਕ ਦੇ ਵਿੱਚ ਪ੍ਰਸੰਗ ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ, ਜਿਵੇਂ ਕੀਤਾ ਆਪਾਂ ਪਹਿਲਾਂ, ਪ੍ਰਸੰਗ ਉਸੇ ਤਰ੍ਹਾਂ ਹੀ ਰਹੇਗਾ। ਸਿਰਫ ਇੱਕ ਇਹਨਾਂ ਲਾਈਨਾਂ ਦੇ ਵਿੱਚ ਜਿਹੜਾ ਲਾਸਟ ਲਾਈਨ ਪ੍ਰਸੰਗ ਦੀ, ਇਹਨਾਂ ਲਾਈਨਾਂ ਦੇ ਵਿੱਚ ਜਿਹੜਾ ਉਹ ਰਾਂਝੇ ਦੀ ਹੀਰ ਦੇ ਇਸ਼ਕ ਵਿੱਚ ਹੋਈ ਜਿਹੜੀ ਪਰੇਸ਼ਾਨਗੀ ਹੈ ਉਸਨੂੰ ਬਿਆਨ ਕਰਦਾ ਕਵੀ। ਰਾਂਝਾ ਖਾਵਣੋਂ ਪੀਵਣੋਂ ਰਹਿ ਚੁੱਕਾ, ਮਾਰ ਇਸ਼ਕ ਹੀਰ ਦੇ ਇਸ਼ਕ ਹੈਰਾਨ ਕੀਤਾ। ਕਿ ਹੀਰ ਦੇ ਇਸ਼ਕ ਨੇ ਰਾਂਝੇ ਨੂੰ ਇੰਨਾ ਹੈਰਾਨ ਔਰ ਪਰੇਸ਼ਾਨ ਕਰ ਦਿੱਤਾ ਕਿ ਉਸਦੇ ਇਸ਼ਕ ਦੇ ਵਿੱਚ ਪੈ ਕੇ ਉਸਨੂੰ ਖਾਣਾ ਪੀਣਾ ਵੀ ਭੁੱਲ ਗਿਆ, ਖਾਣਾ ਪੀਣਾ ਵੀ ਉਸਦਾ ਜਿਹੜਾ ਉਹ ਵਿਸਰ ਗਿਆ ਉਸਨੂੰ। ਉੱਥੇ ਅਕਲ ਤੇ ਫਿਕਰ ਦੀ ਜਾ ਨਹੀਂ, ਜਿੱਥੇ ਇਸ਼ਕ ਨੇ ਆਨ ਮਕਾਨ ਕੀਤਾ। ਕਵੀ ਕਹਿੰਦਾ ਕਿ ਜਿਸ ਦਿਲ ਦੇ ਵਿੱਚ ਇਸ਼ਕ ਘਰ ਕਰ ਲੈਂਦਾ, ਉੱਥੇ ਫਿਰ ਅਕਲ ਤੇ ਫਿਕਰ ਇਹ ਦੋਵੇਂ ਚੀਜ਼ਾਂ ਜਿਹੜੀਆਂ ਉਹ ਨਹੀਂ ਰਹਿੰਦੀਆਂ, ਉਹਨਾਂ ਦੀ ਪੇਸ਼ ਨਹੀਂ ਚੱਲਦੀ, ਜਾਂ ਨਹੀਂ ਪੇਸ਼ ਨਹੀਂ ਚੱਲਦੀ। ਕਿ ਜਿਸ ਦਿਲ ਦੇ ਵਿੱਚ ਇਸ਼ਕ ਦਾ ਘਰ ਹੋ ਜਾਵੇ, ਉੱਥੇ ਫਿਰ ਨਾ ਤੇ ਉਹ ਮਨੁੱਖ ਅਕਲ ਤੋਂ ਕੰਮ ਲੈਂਦਾ, ਨਾ ਉਸਨੂੰ ਕੋਈ ਫਿਕਰ ਹੀ ਹੋਰ ਚਿੰਤਾ ਹੀ ਜਿਹੜੀ ਹੁੰਦੀ ਹੈ, ਸਿਰਫ ਇਸ਼ਕ ਦੇ ਵਿੱਚ ਉਹ ਗਲਤਾਨ ਰਹਿੰਦਾ। ਭੁੱਲੀ ਮੱਤ ਤੇ ਸੁਰਤ ਜਹਾਨ ਦੀ ਜੀ, ਚੰਗ ਜਾਮਨੇ ਦਾ ਸਮਿਆਨ ਕੀਤਾ। ਤੇ ਕਹਿੰਦਾ ਉਸਨੂੰ ਹੋਰ ਸਾਰੀ ਦੁਨੀਆ ਜਿਹੜੀ ਸੀ ਉਸਦੀ ਸੁੱਧ ਬੁੱਧ ਨਹੀਂ ਰਹੀ, ਹੋਰ ਸਾਰੀ ਉਹਨੂੰ ਦੁਨੀਆ, ਹੋਰ ਸਭ ਚੀਜ਼ਾਂ ਉਸਨੂੰ ਜਿਹੜੀਆਂ ਭੁੱਲ ਗਈਆਂ ਜਹਾਨ ਦੀਆਂ। ਸਿਰਫ ਇੱਕੋ ਉਸਦੇ ਮਨ ਦੇ ਵਿੱਚ ਵਸ ਗਿਆ ਕਿ ਉਸਨੇ ਝੰਗ ਜਾਣਾ, ਹੀਰ ਦੇ ਜਿਹੜਾ ਉਹ ਇਲਾਕੇ ਦੇ ਵਿੱਚ ਜਾਣਾ ਤੇ ਉੱਥੇ ਜਾਣ ਦੀ ਉਸਨੇ ਤਿਆਰੀ ਕਰ ਲਈ, ਝੰਗ ਜਾਣ। ਇਸ ਇਸ਼ਕ ਦੇ ਨਾਮ ਤੋਂ ਮੁਕਬਲੇ ਨੇ ਜੀਓ ਜਾਨ ਤੇ ਮਾਲ ਕੁਰਬਾਨ ਕੀਤਾ। ਇਸ ਇਸ਼ਕ ਦੇ ਨਾਮ ਤੋਂ ਮੁਕਬਲੇ ਨੇ ਜੀਓ ਜਾਨ ਤੇ ਮਾਨ ਕੁਰਬਾਨ ਕੀਤਾ। ਮਾਨ ਇਸ ਇਸ਼ਕ ਕਰਕੇ ਮੁਕਬਲ ਕਹਿੰਦਾ ਕਿ ਰਾਂਝੇ ਨੇ ਇਸ ਇਸ਼ਕ ਕਰਕੇ ਹੀਰ ਦਾ ਇਸ਼ਕ ਉਸਦੇ ਮਨ ਦੇ ਵਿੱਚ ਵਸ ਗਿਆ, ਆਪਣਾ ਜੀ ਜਾਨ ਮਾਨ ਮਰਿਆਦਾ ਸਭ ਕੁਝ ਕੁਰਬਾਨ ਕਰ ਦਿੱਤਾ। ਭਾਵ ਸਿਰਫ ਹੀਰ ਦਾ ਇਸ਼ਕ ਹੀ ਜਿਹੜਾ ਸੀ ਉਹ ਉਸਦੇ ਮਨ ਦੇ ਵਿੱਚ ਵਸ ਗਿਆ ਤੇ ਉਸਨੇ ਹੀਰ ਦੇ ਇਲਾਕੇ ਵਿੱਚ ਜਾਣ ਦੀ ਤਿਆਰੀ ਕਰ ਲਈ, ਹੀਰ ਦੇ ਪਿੰਡ ਜਾਣ ਦੀ ਭਾਵ ਕਹਿ ਲਈਏ ਅਸੀਂ ਤਿਆਰੀ ਕਰ ਲਈ। ਅੱਗੇ ਹੀਰ ਰਾਂਝੇ ਦਾ ਪਹਿਲਾ ਮਿਲਾਪ, ਇਸ ਸਿਰਲੇਖ ਦਿੱਤਾ ਹੈ ਇਹਨਾਂ ਮੁਕਬਲ ਦੇ ਲਿਖੇ ਕਿੱਸੇ ਦੇ ਬੰਦਾਂ ਨੂੰ। ਕਹਿੰਦਾ ਹੀਰ ਮਿਉਂ ਦੇ ਖਹਿੜਿਓਂ ਬਾਜ ਆਈ, ਫਿਰੀ ਗਿਰਦ ਪਲੰਘ ਦੇ ਆ ਮੀਆਂ। ਹੁਸਨ ਰਾਂਝੇ ਦਾ ਦੇਖ ਮੁਸ਼ਤਾਕ ਹੋਈ, ਗੱਲ ਨਹੀਂ ਸੂ ਆਉਂਦੀ ਕਾ ਮੀਆਂ। ਪੈਰ ਝੱਸ ਕੇ ਆਣ ਜਗਾਇਆ ਸੂ, ਰਾਂਝਾ ਉੱਠਿਆ ਰੱਬ ਧਿਆ ਮੀਆਂ। ਸੂਰਤ ਵੇਖ ਕੇ ਮੁਕਬਲਾ ਰਾਂਝਣੇ ਦੀ, ਰਹੀ ਹੀਰ ਸਿਆਲ ਵਕਾ ਮੀਆਂ। ਇਹਨਾਂ ਲਾਈਨਾਂ ਦੇ ਵਿੱਚ ਜ਼ਿਕਰ ਹੈ ਉਸ ਸਥਿਤੀ ਦਾ, ਉਸ ਵਕਤ ਦਾ ਜਦੋਂ ਹੀਰ ਦੇ ਪਲੰਘ ਦੇ ਉੱਤੇ, ਜਿਹੜਾ ਕਿਸ਼ਤੀ ਦੇ ਵਿੱਚ ਪਏ ਪਲੰਘ ਦੇ ਉੱਤੇ ਰਾਂਝਾ ਥੱਕਿਆ ਟੁੱਟਿਆ ਆਣ ਕੇ ਸੌਂ ਜਾਂਦਾ। ਪਹਿਲਾਂ ਹੀਰ ਜਿਹੜੀ ਮਿਉਂ ਦੇ ਖਹਿੜਿਓਂ ਬਾਜ ਆਈ, ਮਿਉਂ ਭਾਵ ਮਲਾਹ ਜਿਹੜਾ ਸੀਗਾ, ਪਹਿਲਾਂ ਮਲਾਹ ਨੂੰ ਬੁਰਾ ਭਲਾ ਕਹਿਣ ਲੱਗੀ, ਮਲਾਹ ਨਾਲ ਝਗੜਨ ਲੱਗੀ ਕਿ ਤੂੰ ਇਸ ਕਿਸੇ ਗੈਰ ਮਰਦ ਨੂੰ ਮੇਰੇ ਪਲੰਘ ਦੇ ਉੱਤੇ ਕਿਉਂ ਪੈਣ ਦਿੱਤਾ, ਕਿਉਂ ਲੇਟਣ ਦਿੱਤਾ। ਤੇ ਫਿਰ ਉਸ ਖਹਿੜਿਓਂ ਬਾਜ ਆਈ, ਉਸਨੂੰ ਛੱਡ ਕੇ ਉਹ ਫਿਰ ਰਾਂਝੇ ਦੇ ਦੁਆਲੇ ਹੋ ਗਈ। ਇਹ ਉਸ ਸਥਿਤੀ ਦਾ ਵਰਣਨ ਹੈ ਇੱਥੇ, ਪ੍ਰਸੰਗ ਉਸੇ ਤਰ੍ਹਾਂ ਹੀ ਰਹੇਗਾ ਇਸਦਾ। ਇਹ ਕਾਵਿ ਲਾਈਨਾਂ ਡਾਕਟਰ ਹਰਜੀਤ ਸਿੰਘ ਤੇ ਡਾਕਟਰ ਰਤਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਪਾਠ ਪੁਸਤਕ ਕਾਵਿ ਤਰੰਗਾਂ ਦੇ ਕਿੱਸਾ ਕਾਵਿ ਧਾਰਾ ਭਾਗ ਵਿੱਚ ਦਰਜ ਹੈ। ਪੰਜਾਬੀ ਦੇ ਸਿਰਮੌਰ ਕਿੱਸਾਕਾਰ
ਮੁਕਬਲ ਦੀ ਰਚਨਾ ਹੀਰ ਰਾਂਝਾ ਵਿੱਚੋਂ ਲਈਆਂ ਗਈਆਂ ਹਨ ਅਤੇ ਹੀਰ ਰਾਂਝੇ ਦਾ ਪਹਿਲਾ ਮਿਲਾਪ ਸਰਲੇਖ ਹੇਠ ਇਸ ਪੁਸਤਕ ਦੇ ਵਿੱਚ ਸ਼ਾਮਲ ਹੈ। ਇਸ ਕਿੱਸੇ ਦੇ ਵਿੱਚ ਹੀਰ ਤੇ ਰਾਂਝੇ ਦੀ ਇਸ਼ਕ ਕਹਾਣੀ ਨੂੰ ਸੁਖਾਂਤਕ ਰੂਪ 'ਚ ਬਿਆਨ ਕੀਤਾ ਗਿਆ। ਇਹਨਾਂ ਲਾਈਨਾਂ ਵਿੱਚ ਉਸ ਸਥਿਤੀ ਦਾ ਜ਼ਿਕਰ ਹੈ ਜਦੋਂ ਹੀਰ ਦੇ ਪਲੰਗ ਦੇ ਉੱਤੇ ਰਾਂਝਾ ਥੱਕਿਆ ਟੁੱਟਿਆ ਆਣ ਕੇ ਲੇਟ ਜਾਂਦਾ ਹੈ ਤੇ ਉਹ ਮਲਾਹ ਨਾਲ ਝਗੜਨ ਲੱਗਦੀ ਪਹਿਲਾਂ, ਫਿਰ ਉਹ ਰਾਂਝੇ ਨੂੰ ਆਣ ਕੇ ਜਿਹੜਾ ਮਿਲਦੀ। ਕਹਿੰਦਾ ਹੀਰ ਮਿਉਂ ਦੇ ਖਹਿੜਿਓਂ ਬਾਜ ਆਈ ਫਿਰੀ ਗਿਰਦ ਪਲੰਗ ਦੇ ਆ ਮੀਆਂ, ਕਿ ਜਦੋਂ ਆਪਣੇ ਪਲੰਗ ਦੇ ਉੱਤੇ ਉਸਨੇ ਗੈਰ ਮਰਦ ਨੂੰ ਸੁੱਤਾ ਦੇਖਿਆ, ਭਾਵ ਰਾਂਝੇ ਨੂੰ ਸੁੱਤਾ ਦੇਖਿਆ, ਰਾਂਝੇ ਨੂੰ ਪਿਆ ਦੇਖਿਆ, ਤਾਂ ਉਹ ਮਿਉਂ ਮਲਾਹ ਦੇ ਨਾਲ ਲੜਨ ਲੱਗੀ, ਖੇਬੜਨ ਲੱਗੀ, ਮਲਾਹ ਨੂੰ ਬੁਰਾ ਭਲਾ ਕਹਿਣ ਲੱਗੀ ਤੇ ਫਿਰ ਉਸ ਮਲਾਹ ਨੂੰ ਜਿਹੜਾ ਸੀਗਾ ਉਸ ਦੇ ਨਾਲ ਝਗੜ ਕੇ ਹੀਰ ਮਿਉਂ ਦੇ ਖਹਿੜਿਓਂ ਬਾਜ ਆਈ ਕਿ ਉਸ ਮਲਾਹ ਦੇ ਨਾਲ ਝਗੜ ਕੇ ਜਿਹੜਾ ਹਟ ਗਈ ਤੇ ਆਣ ਕੇ ਜਿਸ ਪਲੰਗ ਦੇ ਉੱਤੇ ਰਾਂਝਾ ਪਿਆ ਸੀ ਉਸ ਦੇ ਚਾਰ ਚਫੇਰੇ ਘੁੰਮਣ ਲੱਗੀ। ਹੁਸਨ ਰਾਂਝੇ ਦਾ ਦੇਖ ਮੁਸ਼ਤਾਕ ਹੋਈ, ਗੱਲ ਨਹੀਂ ਸੁਆਉਂਦੀ ਕਾਮ ਨੇ। ਤੇ ਜਦੋਂ ਉਸਨੇ ਰਾਂਝੇ ਦੀ ਸੁੰਦਰਤਾ ਨੂੰ ਵੇਖਿਆ, ਰਾਂਝੇ ਦੇ ਹੁਸਨ ਨੂੰ ਜਿਹੜਾ ਸੀਗਾ ਉਸਨੇ ਦੇਖਿਆ ਤਾਂ ਉਸ ਦੀ ਸੁੰਦਰਤਾ ਦੇ ਉੱਤੇ ਮੋਹਿਤ ਹੋ ਗਈ। ਉਸਨੂੰ ਕੋਈ ਵੀ ਗੱਲ ਨਾ ਔੜੀ, ਕੋਈ ਵੀ ਗੱਲ ਜਿਹੜੀ ਸੀਗੀ ਉਸਨੂੰ ਨਾ ਯਾਦ ਰਹੀ, ਭਾਵ ਸਾਰਾ ਗੁੱਸਾ ਉਹ ਜਿਸ ਗੁੱਸੇ ਦੇ ਨਾਲ ਆਈ ਸਾਰਾ ਗੁੱਸਾ ਭੁੱਲ ਗਈ। ਪੈਰ ਝੱਸ ਕੇ ਆਣ ਜਗਾਇਆ ਸੂ ਰਾਂਝਾ ਉੱਠਿਆ ਰੱਬ ਧਿਆਨ ਨੇ, ਤੇ ਰਾਂਝੇ ਦੇ ਪੈਰ ਨੂੰ ਝੱਸ ਕੇ ਪੈਰ ਦੇ ਵਿੱਚ ਹੱਥ ਲਗਾ ਕੇ ਉਸਨੇ ਉਸਨੂੰ ਜਗਾਇਆ ਹੀਰ ਨੇ, ਤੇ ਰਾਂਝਾ ਵੀ ਜਿਹੜਾ ਰੱਬ ਦਾ ਨਾਮ ਲੈ ਕੇ ਰੱਬ ਧਿਆਉਂਦਾ ਹੋਇਆ ਜਾਗ ਪਿਆ, ਉੱਠ ਖੜਾ ਹੋਇਆ। ਸੂਰਤ ਵੇਖ ਕੇ ਮੁਕਬਲਾ ਰਾਂਝਣੇ ਦੀ ਰਹੀ ਹੀਰ ਸਿਆਲ ਦੇ ਕਾਮੀਆਂ। ਤੇ ਜਦੋਂ ਮੁਕਬਲ ਕਹਿੰਦਾ ਅੰਤਲੀਆਂ ਲਾਈਨਾਂ 'ਚ ਰਾਂਝੇ ਦੀ ਸੁੰਦਰਤਾ, ਰਾਂਝੇ ਦੀ ਸ਼ਕਲ, ਰਾਂਝੇ ਦੀ ਸੂਰਤ ਜਿਹੜੀ ਹੀਰ ਨੇ ਦੇਖੀ ਤੇ ਉਸ ਨੂੰ ਦੇਖਦਿਆਂ ਹੀ ਉਹ ਉਸ ਦੇ ਉੱਤੇ ਫਿਦਾ ਹੋ ਗਈ, ਵਿਕ ਗਈ, ਭਾਵ ਉਸ ਦੇ ਉੱਤੇ ਫਿਦਾ ਹੋ ਗਈ, ਉਸ ਦੇ ਉੱਤੇ ਉਹ ਮੋਹਿਤ ਜਿਹੜਾ ਉਹ ਹੋ ਗਈ। ਅੱਗੇ ਕਵੀ ਨੇ ਕਿੱਸਾਕਾਰ ਨੇ ਲਿਖਿਆ ਅਚਨ ਚੇਤੜੀ ਚੁੱਪ ਚਪਾਤੜੀ ਨੂੰ ਚੋਲੀ ਹੀਰ ਸਿਆਲ ਦੇ ਚਿੰਬ ਪਈ, ਚਾਟ ਬਿਰਹੋਂ ਦੀ ਹੀਰ ਨੂੰ ਜ਼ੋਰ ਲੱਗੀ, ਸੁੱਧ ਬੁੱਧ ਜਹਾਨ ਦੀ ਭੁੱਲ ਗਈ। ਜੋ ਕੁਝ ਹੀਰ ਦੇ ਪਾਸ ਬਸਾਤ ਆਹੀ, ਧਾੜਾ ਬਿਰਹੋਂ ਨੇ ਮਾਰ ਕੇ ਲੁੱਟ ਲਈ, ਮੁਕਬਲ ਜਗ ਜਹਾਨ ਸੀ ਵਾਰੀ ਹੀ, ਇਸ ਇਸ਼ਕ ਬੇਦਰਦ ਦੀ ਚਾਟ ਪਈ। ਇਹਨਾਂ ਲਾਈਨਾਂ ਦੇ ਵਿੱਚ ਵੀ ਪ੍ਰਸੰਗ ਅਸੀਂ ਜਿਹੜਾ ਉਹ ਉਸੇ ਤਰ੍ਹਾਂ ਹੀ ਰੱਖਾਂਗੇ ਪਹਿਲਾਂ ਵਾਂਗ ਹੀ, ਲੇਕਿਨ ਇਹਨਾਂ ਲਾਈਨਾਂ 'ਚ ਆਖਰੀ ਅਸੀਂ ਪ੍ਰਸੰਗ ਦੇ ਵਿੱਚ ਆਖਰੀ ਲਾਈਨ ਜਿਹੜੀ ਆ ਉਹ ਇਹਨਾਂ ਬਾਰੇ ਕਿ ਹੀਰ ਨੂੰ ਰਾਂਝੇ ਦੇ ਨਾਲ ਉਸ ਦੀ ਸ਼ਕਲ ਸੂਰਤ ਦੇਖਦਿਆਂ ਹੀ ਜਿਹੜਾ ਉਸ ਤੇ ਮੋਹਿਤ ਹੋ ਗਈ, ਉਸ ਦੇ ਨਾਲ ਇਸ਼ਕ ਹੋ ਗਿਆ, ਅਚਾਨਕ ਇਸ਼ਕ ਹੋ ਗਿਆ, ਇਹ ਜ਼ਿਕਰ ਕਵੀ ਕਰਨਾ ਚਾਹੁੰਦਾ ਹੈ। ਕਹਿੰਦਾ ਅਚਨ ਚੇਤੜੀ ਚੁੱਪ ਚਪਾਤੜੀ ਨੂੰ ਚੋਲੀ ਹੀਰ ਸਿਆਲ ਦੇ ਚਿੰਬ ਪਈ, ਕਿ ਅਚਾਨਕ ਹੀ ਚੁੱਪਚਾਪ ਹੀ ਹੀਰ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਸ ਦੇ ਦਿਲ ਦੇ ਵਿੱਚ ਜਿਹੜਾ ਰਾਂਝੇ ਦੀ ਇਸ਼ਕ ਦੀ, ਰਾਂਝੇ ਦੇ ਇਸ਼ਕ ਦੀ ਜਿਹੜੀ ਚਿੰਗਾੜੀ ਉਹ ਲੱਗ, ਕਿ ਅਚਾਨਕ ਚੁੱਪਚਾਪ ਪਤਾ ਨਹੀਂ ਲੱਗਾ ਉਸਨੂੰ ਜਦੋਂ ਹੀਰ ਨੇ ਰਾਂਝੇ ਦੀ ਸ਼ਕਲ ਨੂੰ ਦੇਖਿਆ, ਉਸਦੀ ਸੂਰਤ ਨੂੰ ਦੇਖਿਆ ਤਾਂ ਉਸਦੇ ਦਿਲ ਦੇ ਵਿੱਚ ਇਸ਼ਕ ਦਾ ਜਿਹੜਾ ਇਸ਼ਕ ਦੀ ਚਿੰਗਾੜੀ ਲੱਗ ਗਈ, ਇਸ਼ਕ ਦਾ ਭਾਂਬੜ ਬਲ ਗਿਆ। ਚਾਟ ਬਿਰਹੋਂ ਦੀ ਹੀਰ ਨੂੰ ਜ਼ੋਰ ਲੱਗੀ, ਸੁੱਧ ਬੁੱਧ ਜਹਾਨ ਦੀ ਭੁੱਲ ਗਈ, ਤੇ ਰਾਂਝੇ ਨੂੰ ਦੇਖਦਿਆਂ ਹੀ ਉਸ ਨਾਲ ਐਸਾ ਇਸ਼ਕ ਹੋ ਗਿਆ ਤੇ ਉਸਨੂੰ ਜਹਾਨ ਦੀਆਂ ਸਾਰੀਆਂ ਗੱਲਾਂ ਹੋਰ ਭੁੱਲ ਗਈਆਂ ਤੇ ਸਿਰਫ ਉਸ ਦੇ ਵਿਛੋੜੇ ਦੀ ਜਿਹੜੀ ਸੀ ਉਹ ਲੱਗਣ ਲੱਗ ਗਈ। ਉਸਨੂੰ ਬਿਰਹੋਂ ਦੀ ਹੀਰ ਨੂੰ ਜ਼ੋਰ ਲੱਗੀ ਤੇ ਉਸਦੇ ਵਿਛੋੜੇ ਦਾ ਡਰ ਜਿਹੜਾ ਉਸਨੂੰ ਸਤਾਉਣ ਲੱਗਾ ਕਿ ਜੇ ਚਲੇ ਗਿਆ ਇਸ ਤਰ੍ਹਾਂ ਹੀ, ਮੈਨੂੰ ਤੇ ਇਸ ਨਾਲ ਇਸ਼ਕ ਹੋ ਗਿਆ, ਮੈਨੂੰ ਤੇ ਮੈਂ ਇਸ ਦੇ ਵਿਛੋੜੇ ਜੀ ਨਹੀਂ ਸਕੂੰਗੀ। ਇਸ ਕਰਕੇ ਕਵੀ ਨੇ ਚਾਟ ਬਿਰਹੋਂ ਦੀ ਹੀਰ ਨੂੰ ਜ਼ੋਰ ਲੱਗੀ, ਸੁੱਧ ਬੁੱਧ ਜਹਾਨ ਦੀ ਭੁੱਲ ਗਈ, ਕਿ ਹੀਰ ਨੂੰ ਜਿਹੜਾ ਸੀਗਾ ਉਹ ਬੜੇ ਉਸਦੇ ਬਿਰਹੋਂ ਦੀ, ਇਸ਼ਕ ਦੇ ਬਿਰਹੋਂ ਦੀ ਜਿਹੜੀ ਲਗਨ ਪੈਦਾ ਹੋ ਗਈ ਉਸਦੇ ਮਨ ਦੇ ਵਿੱਚ, ਜਿਸ ਕਰਕੇ ਉਹਨੂੰ ਸੰਸਾਰ ਦੇ ਹੋਰ ਸਾਰੇ ਕੰਮ ਕਾਜ ਜਿਹੜੇ ਭੁੱਲ ਗਏ। ਜੋ ਕੁਝ ਹੀਰ ਦੇ ਪਾਸ ਬਸਾਤ ਆਹੀ, ਧਾੜਾ ਬਿਰਹੋਂ ਨੇ ਮਾਰ ਕੇ ਲੁੱਟ ਲਈ। ਹੀਰ ਕੋਲ ਜੋ ਵੀ ਪੂੰਜੀ ਸੀ ਉਸਦੇ ਹੁਸਨ ਦੀ, ਉਸਦੀ ਸੁੰਦਰਤਾ ਦੀ, ਜੋ ਵੀ ਪੂੰਜੀ ਸੀਗੀ, ਜੋ ਕੁਝ ਸੀ ਉਸ ਕੋਲ, ਇੰਜ ਲੱਗਦਾ ਸੀ ਜਿਵੇਂ ਉਹ ਰਾਂਝੇ ਦੇ ਵਿਛੋੜੇ ਨੇ ਜਿਹੜਾ ਧਾੜ ਮਾਰ ਕੇ ਲੁੱਟ ਲਿਆ ਹੋਵੇ। ਰਾਂਝੇ ਦੇ ਵਿਛੋੜੇ ਨੇ ਜਿਹੜਾ ਦਿਨ ਦਿਹਾੜੇ ਉਸਦੀ ਸਾਰੀ ਪੂੰਜੀ ਲੁੱਟ ਲਈ ਹੈ। ਮੁਕਬਲ ਜਗ ਜਹਾਨ ਸੀ ਬਾਹਰੀ ਹੀ, ਇਸ ਇਸ਼ਕ ਬੇਦਰਦ ਦੀ ਚਾਟ ਪਈ। ਮੁਕਬਲ ਕਹਿੰਦਾ ਕਿ ਜੱਗ ਤੋਂ, ਦੁਨੀਆ ਤੋਂ, ਨਵੇਕਲੀ ਦੁਨੀਆ ਤੋਂ ਵੱਖਰੀ ਕਿਸਮ ਦੀ ਲਗਨ ਜਿਹੜੀ ਸੀ ਇਸ਼ਕ ਦੀ ਹੀਰ ਦੇ ਦਿਲ ਦੇ ਵਿੱਚ ਲੱਗ ਗਈ, ਕਿ ਇਸ਼ਕ ਦਾ ਜਿਹੜਾ ਸੀਗਾ ਉਹ ਉਸਦੇ ਮਨ ਦੇ ਵਿੱਚ, ਉਸਦੇ ਦਿਲ ਦੇ ਵਿੱਚ
ਨਵੇਕਲੀ ਕਿਸਮ ਦੀ ਜੱਗ ਤੋਂ ਦੁਨੀਆ ਤੋਂ ਜਿਹੜਾ ਸੀ ਉਹ ਚਿੰਗਾੜੀ ਉਸਦੇ ਦਿਲ 'ਚ ਲੱਗ ਗਈ। ਇਸ ਤਰ੍ਹਾਂ ਹੀਰ ਤੇ ਰਾਂਝੇ ਦੇ ਇਸ਼ਕ ਦੀ ਗੱਲ ਕਰਦਿਆਂ ਹੋਇਆ ਕਵੀ ਨੇ ਇੱਥੇ ਰਾਂਝੇ ਦੇ ਉੱਤੇ ਮੋਹਿਤ ਹੋਣ ਤੋਂ ਬਾਅਦ ਹੀਰ ਨੂੰ ਜੋ ਰਾਂਝੇ ਦਾ ਇਸ਼ਕ ਹੋ ਗਿਆ ਉਸ ਬਾਰੇ ਜ਼ਿਕਰ ਕੀਤਾ ਇਹਨਾਂ ਲਾਈਨਾਂ ਦੇ ਵਿੱਚ ਕਵੀ ਨੇ। ਅੱਗੇ ਲਾਈਨਾਂ ਹਨ ਜੀ, ਹੀਰ ਆਖਦੀ ਬਖਸ਼ ਗੁਨਾਹ ਮੇਰਾ ਸੇਜੇ ਸੁਤੜਾ ਆਣ ਜਗਾਇਆ ਏ, ਕੋਲ ਕੱਤੀਆਂ ਮੈਂ ਉਸ ਰਾਹ ਉੱਤੋਂ ਜਿਸ ਰਾਹ ਤੂੰ ਚੱਲ ਕੇ ਆਇਆ ਏ, ਬਾਪ ਦਾਦਿਓਂ ਜਾਤ ਦਾ ਕੌਣ ਹੈ ਤੂੰ, ਕਿਸ ਮਾਂ ਸੁਪੱਤੜੀ ਜਾਇਆ ਏ, ਔਸੀ ਪਾਉਂਦੀ ਕਾਂ ਉਡਾਉਂਦੀ ਨੂੰ ਮੈਨੂੰ ਮੁਕਬਲਾ ਰੱਬ ਮਿਲਾਇਆ। ਪ੍ਰਸੰਗ ਇਸ ਦਾ ਜਿਹੜਾ ਇਸੇ ਤਰ੍ਹਾਂ ਹੀ ਰਹੇਗਾ। ਪ੍ਰਸੰਗ ਦੀ ਆਖਰੀ ਲਾਈਨ ਦੇ ਵਿੱਚ ਜਿਹੜਾ ਉਹ ਚੇਂਜ ਹੋਏ ਕਿ ਹੀਰ ਜਿਹੜੀ ਹੈ ਉਹ ਜਦੋਂ ਰਾਂਝੇ ਨੂੰ ਉਠਾਉਂਦੀ ਹੈ ਜਗਾਉਂਦੀ ਹੈ ਤੇ ਉਸ ਤੋਂ ਬਾਅਦ ਉਸਨੂੰ ਲੱਗਦਾ ਮੇਰੇ ਤੋਂ ਬੜਾ ਗੁਨਾਹ ਹੋ ਗਿਆ, ਕਿਉਂਕਿ ਉਹ ਇਸ ਤੇ ਮੋਹਿਤ ਹੋ ਚੁੱਕੀ ਸੀ, ਮੇਰੇ ਤੋਂ ਬੜਾ ਗੁਨਾਹ ਹੋ ਗਿਆ ਤੇ ਉਸ ਗੁਨਾਹ ਦੀ ਮਾਫੀ ਮੰਗਦੀ। ਹੀਰ ਆਖਦੀ ਬਖਸ਼ ਗੁਨਾਹ ਮੇਰਾ ਸੇਜੇ ਸੁਤੜਾ ਆਣ ਜਗਾਇਆ। ਕਿ ਹੀਰ ਰਾਂਝੇ ਨੂੰ ਕਹਿੰਦੀ ਹੈ ਜਦੋਂ ਰਾਂਝਾ ਜਾਗ ਜਾਂਦਾ ਹੈ ਕਿ ਮੇਰੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ, ਮੈਂ ਤੈਨੂੰ ਆਪਣੀ ਸੇਜ ਦੇ ਉੱਤੇ ਪਲੰਗ ਦੇ ਉੱਤੇ ਸੁੱਤੇ ਪੈ ਨੂੰ ਆਣ ਕੇ ਜਗਾ ਦਿੱਤਾ ਨੀਂਦ ਤੋਂ, ਤੇ ਮੇਰਾ ਇਹ ਗੁਨਾਹ ਜਿਹੜਾ ਮਾਫ ਕਰ ਦੇ, ਮੈਨੂੰ ਮਾਫੀ ਦੇ ਦੇ। ਘੋਲ ਕੱਤੀਆਂ ਮੈਂ ਉਸ ਰਾਹ ਉੱਤੋਂ ਜਿਸ ਰਾਹ ਤੂੰ ਚੱਲ ਕੇ ਆਇਆ, ਮੈਂ ਤਾਂ ਉਸ ਰਸਤੇ ਤੋਂ ਵੀ ਕੁਰਬਾਨ ਜਾਨੀ ਆ ਜਿਸ ਰਸਤੇ ਤੇ ਚੱਲ ਕੇ ਤੂੰ ਇੱਥੇ ਮੇਰੇ ਤੱਕ ਪਹੁੰਚਿਆ। ਬਾਪ ਦਾਦਿਓਂ ਜਾਤ ਦਾ ਕੌਣ ਹੈ ਤੂੰ, ਕਿਸ ਮਾਂ ਸੁਪੱਤੜੀ ਜਾਇਆ, ਮੈਨੂੰ ਦੱਸ ਤੇਰਾ ਬਾਪ ਕੌਣ ਹੈ, ਦਾਦਾ ਕੌਣ ਹੈ, ਭਾਵ ਕਿਸ ਖਾਨਦਾਨ ਨਾਲ ਤਾਲੁਕ ਰੱਖਦਾ ਹੈ ਤੂੰ, ਤੇ ਤੇਰੀ ਜਾਤ ਕੀ ਹੈ, ਕਿਸ ਕਰਮਾਂ ਵਾਲੀ ਮਾਂ ਨੇ ਤੈਨੂੰ ਜਨਮ ਦਿੱਤਾ ਹੈ। ਔਂਸੀ ਪਾਉਂਦੀ ਕਾਂ ਉਡਾਉਂਦੀ ਨੂੰ ਮੈਨੂੰ ਮੁਕਬਲਾ ਰੱਬ ਮਿਲਾਇਆ। ਮੁਕਬਲ ਆਖਰੀ ਤੁਕਾਂ ਦੇ ਵਿੱਚ ਕਹਿੰਦਾ ਕਿ ਬੜੀ ਔਂਸੀ ਪਾਉਂਦੀ ਕਾਂ ਉਡਾਉਂਦੀ, ਭਾਵ ਬੜੀ ਲੰਮੀ ਉਡੀਕ ਤੋਂ ਬਾਅਦ ਮੈਨੂੰ ਰੱਬ ਨੇ ਤੇਰੇ ਨਾਲ ਮਿਲਾਪ ਕਰਾਇਆ ਹੈ, ਮੇਰਾ ਰੱਬ ਨੇ ਤੇਰੇ ਨਾਲ ਮਿਲਾਪ ਕਰਾਇਆ ਕਿ ਬੜੀ ਲੰਮੀ ਉਡੀਕ ਤੋਂ ਬਾਅਦ ਤੂੰ ਮੈਨੂੰ ਜਿਹੜਾ ਉਹ ਮਿਲਿਆ ਹੈ, ਰਾਂਝੇ ਦੇ ਨਾਲ ਮੇਰਾ ਮਿਲਾਪ ਹੋਇਆ ਹੈ ਤੇ ਮੈਨੂੰ ਇੰਜ ਲੱਗਦਾ ਤੂੰ ਜਿਵੇਂ ਮੇਰਾ ਰੱਬ ਹੀ ਮੈਨੂੰ ਜਿਹੜਾ ਉਹ ਮਿਲ ਗਿਆ ਹੋਵੇ। ਅਗਲੀਆਂ ਲਾਈਨਾਂ ਨੇ, ਕਹਿੰਦਾ ਨਾਮ ਧੀਦੋ ਮੇਰੀ ਜਾਤ ਰਾਂਝਾ, ਸ਼ਹਿਰ ਤਖਤ ਹਜ਼ਾਰਿਓਂ ਆਇਆ ਮੈਂ, ਮਾਪੇ ਮਰਦਿਆਂ ਹੀ ਵਕਤ ਪਏ ਮੈਨੂੰ, ਵਤਨ ਛੱਡ ਕੇ ਭਰਮ ਗਵਾਇਆ ਮੈਂ, ਸਵਾਲ ਕਰਦਿਆਂ ਆਉਂਦੀ ਸ਼ਰਮ ਤੈਨੂੰ, ਕਦੇ ਕੰਮ ਨੂੰ ਹੱਥ ਨਾ ਲਾਇਆ ਮੈਂ, ਮੁਕਬਲ ਪਲੰਗ ਤੇ ਆਣ ਆਰਾਮ ਕੀਤਾ ਜਦੋਂ ਨੀਂਦ ਨੇ ਬਹੁਤ ਅਕਾਇਆ ਮੈਂ। ਪ੍ਰਸੰਗ ਪਹਿਲਾਂ ਵਾਂਗ ਹੀ ਰਹੇਗਾ, ਇਸ ਦਾ ਸਿਰਫ ਆਖਰੀ ਲਾਈਨਾਂ ਪ੍ਰਸੰਗ ਦੀਆਂ ਜਿਹੜੀਆਂ ਇਹਨਾਂ ਲਾਈਨਾਂ 'ਚ ਕਵੀ ਇਹਨਾਂ ਲਾਈਨਾਂ 'ਚ ਰਾਂਝਾ ਜਿਹੜਾ ਹੈ ਉਹ ਹੀਰ ਦੀ ਗੱਲਬਾਤ ਦਾ ਜਵਾਬ ਦਿੰਦਾ ਕਿ ਮੈਂ ਕੌਣ ਹਾਂ ਤੇ ਕਿੱਥੋਂ ਆਇਆ। ਕਹਿੰਦਾ ਨਾਮ ਧੀਦੋ ਮੇਰੀ ਜਾਤ ਰਾਂਝਾ, ਤੇ ਮੇਰਾ ਨਾਮ ਧੀਦੋ ਹੈ ਤੇ ਜਾਤ ਦਾ ਮੈਂ ਰਾਂਝਾ। ਸ਼ਹਿਰ ਤਖਤ ਹਜ਼ਾਰਿਓਂ ਆਇਆ ਮੈਂ, ਤਖਤ ਹਜ਼ਾਰੇ ਸ਼ਹਿਰ ਦਾ ਮੈਂ ਰਹਿਣ ਵਾਲਾ ਹਾਂ, ਉੱਥੋਂ ਚੱਲ ਕੇ ਆਇਆ ਹਾਂ। ਮਾਪੇ ਮਰਦਿਆਂ ਹੀ ਵਕਤ ਪਏ ਮੈਨੂੰ, ਵਤਨ ਛੱਡ ਕੇ ਭਰਮ ਗਵਾਇਆ ਮੈਂ, ਕਿ ਮੇਰੇ ਮਾਂ-ਬਾਪ ਦੀ ਮੌਤ ਤੋਂ ਬਾਅਦ ਮੈਨੂੰ ਮੁਸੀਬਤ ਨੇ ਆਣ ਘੇਰਿਆ, ਮੁਸੀਬਤਾਂ ਪੈ ਗਈਆਂ, ਬੜਾ ਪਰੇਸ਼ਾਨ ਹੋ ਗਿਆ ਮੈਂ, ਇਸ ਕਰਕੇ ਮੈਂ ਵਤਨ ਛੱਡ ਕੇ ਆਪਣਾ ਵਤਨ ਤਖਤ ਹਜ਼ਾਰਾ ਛੱਡ ਕੇ ਇਸ ਜਗ੍ਹਾ ਨਵੀਂ ਜਗ੍ਹਾ ਤੇ ਆਇਆ, ਸ਼ਾਇਦ ਇੱਥੇ ਮੈਨੂੰ ਸੁੱਖ ਮਿਲੇ। ਇਹ ਭਰਮ ਸੀ, ਇਹ ਭੁਲੇਖਾ ਸੀ ਮੇਰਾ, ਮੈਂ ਇਸ ਕਰਕੇ ਆਪਣਾ ਵਤਨ ਛੱਡ ਕੇ ਜਿਹੜਾ ਉਹ ਆਇਆ ਹਾਂ। ਸਵਾਲ ਕਰਦਿਆਂ ਆਉਂਦੀ ਸ਼ਰਮ ਤੈਨੂੰ, ਕਦੇ ਕੰਮ ਨੂੰ ਹੱਥ ਨਾ ਲਾਇਆ। ਇਹ ਗੱਲ ਦੱਸਦਿਆਂ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ, ਜਦੋਂ ਮੈਂ ਇਹ ਗੱਲ ਦੱਸਦਾ ਹਾਂ ਕਿ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਮੈਂ ਕਦੇ ਵੀ ਜ਼ਿੰਦਗੀ 'ਚ ਕੰਮ ਨਹੀਂ ਕੀਤਾ, ਕੰਮ ਨੂੰ ਹੱਥ ਤੱਕ ਨਹੀਂ ਲਾਇਆ। ਮੁਕਬਲ ਪਲੰਗ ਤੇ ਆਣ ਆਰਾਮ ਕੀਤਾ ਜਦੋਂ ਨੀਂਦ ਨੇ ਬਹੁਤ ਥਕਾਇਆ ਮੈਂ। ਤੇ ਮੁਕਬਲ ਕਹਿੰਦਾ ਹੀਰ ਨੂੰ ਰਾਂਝਾ ਜਵਾਬ ਦਿੰਦਾ ਹੈ ਕਿ ਜਦੋਂ ਮੈਂ ਥੱਕ ਗਿਆ, ਨੀਂਦ ਮੈਨੂੰ ਬਹੁਤ ਆ ਗਈ, ਬਹੁਤ ਅੱਕ ਗਿਆ ਮੈਂ ਨੀਂਦ ਤੋਂ, ਤੇ ਉਸ ਵਕਤ ਮੈਂ ਪਲੰਗ ਖਾਲੀ ਦੇਖ ਕੇ ਇੱਥੇ ਆਣ ਕੇ 2 ਘੜੀ ਆਰਾਮ ਕਰਨ ਵਾਸਤੇ ਲੇਟ ਗਿਆ ਮੈਂ। ਅਗਲੀਆਂ ਲਾਈਨਾਂ, ਰਾਂਝਾ ਹੀਰ ਨੂੰ ਦੇ ਜਵਾਬ ਤੁਰਿਆ, ਹੀਰ ਪੱਲਿਓਂ ਪਕੜ ਖਲੋਂਵਦੀ ਏ, ਤਸਬੀਹ ਆਸ਼ਕਾਂ ਦੀ ਮੋਤੀ ਹੰਝੂਆਂ ਦੇ ਧਾਗੇ ਆਹੀਂ ਦੇ ਨਾਲ ਪਰੋਂਵਦੀ। ਕਰੇ ਕੀਰ ਨੇ ਦਰਦ ਫਿਰਾਕ ਵਾਲੇ, ਉੱਭੇ ਸਾਹ ਲੈਂਦੀ ਜ਼ਾਰੀ ਰੋਂਵਦੀ ਏ, ਮੁਕਬਲ ਵੱਤ ਅਜੋਕੜੀ ਰਾਤ ਮੈਥੇ ਮਿੰਨਤਦਾਰ ਗਰੀਬਣੀ ਹੋਂਦੀ ਏ। ਪ੍ਰਸੰਗ ਉਸੇ ਤਰ੍ਹਾਂ ਹੀ ਆਖਰੀ ਲਾਈਨਾਂ ਸਿਰਫ ਇਹਨਾਂ ਲਾਈਨਾਂ ਜਾਂ ਇਸ ਕਾਵਿ ਬੰਧ ਦੇ ਵਿੱਚ ਜਦੋਂ ਰਾਂਝਾ ਹੀਰ ਦੇ ਪਲੰਗ ਤੋਂ ਉੱਠ ਕੇ ਜਾਣ ਲੱਗਦਾ ਹੈ ਉਸਦੇ ਕੋਲੋਂ, ਤੇ ਉਸ ਵਕਤ ਹੀਰ ਜਿਹੜੀ ਹੈ ਉਸਦੇ ਵਿਛੋੜੇ ਤੋਂ ਡਰਦੀ ਹੋਈ ਉਸ ਅੱਗੇ ਕੀਰਨੇ ਪਾਉਂਦੀ, ਤਰਲੇ ਪਾਉਂਦੀ ਉੱਥੇ ਰੁਕਣ ਲਈ। ਰਾਂਝਾ ਹੀਰ ਨੂੰ ਦੇ ਜਵਾਬ ਤੁਰਿਆ, ਹੀਰ ਪੱਲਿਓਂ ਪਕੜ ਖਲੋਂਦੀ ਹੈ ਕਿ ਰਾਂਝਾ ਹੀਰ ਨੂੰ ਉਸਦੀਆਂ ਗੱਲਾਂ ਦਾ ਜਵਾਬ ਦੇਣ ਤੋਂ ਬਾਅਦ ਉੱਥੋਂ ਚੱਲ ਪਿਆ ਤੇ ਹੀਰ ਉਸਦਾ ਪੱਲੂ ਫੜ ਕੇ ਉਸਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕਰਦੀ, ਰੋਕਣ ਦਾ ਯਤਨ ਕਰਦੀ ਹੈ। ਤਸਬੀਹ ਆਸ਼ਕਾਂ ਦੇ ਮੋਤੀ ਹੰਝੂਆਂ ਦੇ ਧਾਗੇ ਆਹੀਂ ਦੇ ਨਾਲ ਪਰੋਂ, ਤੇ ਰਾਂਝੇ ਦੇ ਨਾਲ ਉਸਨੂੰ ਇਸ਼ਕ ਹੋ ਚੁੱਕਾ ਸੀ। ਉਹ ਰਾਂਝੇ ਦੇ ਵਿਛੋੜੇ ਤੋਂ ਹੁਣ ਡਰਨ ਲੱਗੀ,
इस विछोड़े तो डरदी हुई ही वो ਜਿਹੜਾ ਹੀਰ ਨੇ ਪਾਉਂਦੀ ਉਸਦੇ ਅੱਗੇ ਰੋਂਦੀ ਹੈ, ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਕਿ ਉਹ ਮੇਰੇ ਕੋਲ ਹੀ ਰਹੇ। ਤਸਬੀਹ ਆਸ਼ਿਕਾਂ ਦੀ ਮੋਤੀ ਹੰਝੂਆਂ ਦੇ, ਤੇ ਉਹ ਆਪਣੇ ਇਸ਼ਕ ਦੀ ਮਾਲਾ ਜਿਹੜੀ ਸੀ ਹੰਝੂਆਂ ਦੇ ਮੋਤੀਆਂ ਦੇ ਨਾਲ ਹੌਕਿਆਂ ਦੇ ਧਾਗੇ ਦੇ ਵਿੱਚ ਪਰੋਣ ਲੱਗੀ। ਬੜਾ ਸੁੰਦਰ ਲਾਈਨਾਂ ਨੇ, ਤਸਬੀਹ ਆਸ਼ਿਕਾਂ ਦੀ ਮੋਤੀ ਹੰਝੂਆਂ ਦੇ ਧਾਗਿਆਂ ਹੀ ਦੇ ਨਾਲ ਪਰੋਣਦੀ ਹੈ ਕਿ ਉਹ ਆਪਣੇ ਇਸ਼ਕ ਦੀ ਮਾਲਾ ਜਿਹੜੀ ਹੈ, ਤਸਬੀਹ ਮਾਲਾ, ਇਸ਼ਕ ਦੀ ਮਾਲਾ ਜਿਹੜੀ ਹੰਝੂਆਂ ਦੇ ਮੋਤੀਆਂ ਦੇ ਨਾਲ ਹੌਕਿਆਂ ਦੇ ਧਾਗੇ ਦੇ ਵਿੱਚ ਪਰੋਣ ਲੱਗੀ। ਭਾਵ ਰੋਣ ਲੱਗੀ ਹੌਕੇ ਲੈਂਦੀ ਹੋਈ, ਵਿਛੋੜੇ ਤੋਂ ਰਾਂਝੇ ਦੇ ਤੋਂ ਡਰਦੀ। ਕਰੇ ਕੀਰ ਨੇ ਦਰਦ ਸਲਾਸ ਵਾਲੇ, ਤੇ ਜਿਹੜਾ ਬੜੇ ਦਰਦ ਭਰੇ ਕੀਰ ਨੇ ਜਿਹੜੇ ਸੀਗੇ ਉਹ ਰਾਂਝੇ ਦੇ ਅੱਗੇ ਕਰਨ ਲੱਗੀ ਰੋਂਦੀ, ਤੇ ਸਾਹ ਲੈਂਦੀ ਜਾਰੀ ਰੋਂਦੀ ਹੈ ਤੇ ਹੌਕੇ ਲੈਂਦੀ ਹੋਈ ਜ਼ਾਰ ਜ਼ਾਰ ਰੋਂਦੀ ਹੈ। ਕੀ ਕਹਿੰਦੀ, ਮੁਕਬਲ ਵਾਸਤੇ ਜੋ ਕੜੀ ਰਾਤ ਮੈਥੇ ਮਿੰਨਤਦਾਰ ਗਰੀਬਣੀ ਹੋਉਂਦੀ ਹੈ। ਕਹਿੰਦਾ ਆਖਰੀ ਲਾਈਨਾਂ 'ਚ ਕਿ ਉਹ ਤਰਲੇ ਕਰਨ ਲੱਗੀ ਰਾਂਝੇ ਦੇ ਕਿ ਤੂੰ ਅੱਜ ਦੀ ਰਾਤ ਹੀ ਮੇਰੇ ਕੋਲ ਰੁਕ ਜਾ, ਮੈਂ ਗਰੀਬਣੀ ਤੇਰੀਆਂ ਮਿੰਨਤਾਂ ਕਰਦੀ ਹਾਂ, ਤਰਲੇ ਕਰਦੀ ਹਾਂ, ਤੂੰ ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾ। ਫਿਰ ਇਸ ਤੋਂ ਬਾਅਦ ਹੀਰ ਅਤੇ ਉਸਦੀ ਮਾਂ ਦਾ ਘਰ ਜਾਣ ਤੋਂ ਬਾਅਦ ਇਸਦੇ ਜਿਹੜਾ ਸੰਵਾਦ ਹੈ ਉਹ ਇਹਨਾਂ ਲਾਈਨਾਂ, ਦੂਤੀਆਂ ਆਖਿਆ ਹੀਰ ਦੀ ਮਾਂ ਤਾਈਂ, ਤੇਰੀ ਹੋਈ ਹੈ ਧੀ ਖਰਾਬ ਮੋਈਏ, ਨਾਲ ਚਾਕ ਦੇ ਅੱਖੀਆਂ ਲਾਈਆਂ ਸੁਅੱਠੇ ਪੈਰ ਰਹਿੰਦੀ ਗਰਕਾਬ ਮੋਈਏ, ਬੇਲੇ ਜਾਮਦੀ ਯਾਰ ਹੰਡਾਵਦੀ ਏ ਕੱਛੇ ਮਾਰ ਕਿਤਾਬ ਕੁਰਾਨ ਮੋਈਏ, ਹੀਰ ਜਾਵਸੀ ਮੁਕਬਲਾ ਚਾਕ ਪਿੱਛੇ ਕੁਝ ਕਰੀ ਇਲਾਜ ਸ਼ਤਾਬ। ਪ੍ਰਸੰਗ ਇਸ ਦਾ ਇਹ ਕਾਵਲਾਈਨਾਂ ਡਾਕਟਰ ਹਰਜੀਤ ਸਿੰਘ ਤੇ ਡਾਕਟਰ ਰਤਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਪਾਠ ਪੁਸਤਕ ਕਾਵ ਤਰੰਗਾਂ ਦੇ ਕਿੱਸਾ ਕਾਵਤਾਰਾ ਭਾਗ ਵਿੱਚ ਦਰਜ ਪੰਜਾਬੀ ਦੇ ਸਿਰਮੌਰ ਕਿੱਸਾਕਾਰ ਮੁਕਬਲ ਦੀ ਰਚਨਾ ਹੀਰ ਰਾਂਝਾ ਵਿੱਚੋਂ ਲਈਆਂ ਗਈਆਂ ਹਨ ਅਤੇ ਇਸ ਪੁਸਤਕ ਦੇ ਵਿੱਚ ਹੀਰ ਅਤੇ ਮਾਂ ਸਿਰਲੇਖ ਹੇਠ ਦਰਜ ਹਨ। ਇਹਨਾਂ ਲਾਈਨਾਂ ਵਿੱਚ ਕਵੀ ਨੇ ਉਸ ਸਥਿਤੀ ਦਾ ਜ਼ਿਕਰ ਕੀਤਾ ਜਦੋਂ ਹੀਰ ਤੇ ਰਾਂਝੇ ਦਾ ਮਿਲਾਪ ਹੁੰਦਾ ਪਹਿਲੀ ਵਾਰ, ਤੇ ਰਾਂਝਾ ਜਿਹੜਾ ਹੈ ਉਹ ਬਾਅਦ ਦੇ ਵਿੱਚ ਹੀਰ ਦੇ ਪਿੰਡ ਹੀ ਰਹਿਣ ਲੱਗ ਪੈਂਦਾ, ਮੱਝਾਂ ਚਾਰਨ ਲੱਗ ਜਾਂਦਾ ਹੈ। ਤੇ ਉਸ ਵਕਤ ਹੀਰ ਤੇ ਰਾਂਝੇ ਦਾ ਇਸ਼ਕ ਇੰਨਾ ਵੱਧ ਗਿਆ ਕਿ ਉਸਦੀ ਮਾਂ ਨੂੰ ਜਾ ਕੇ ਉਸਦੀਆਂ ਕੁਝ ਦੁਸ਼ਮਣ ਸਹੇਲੀਆਂ ਨੇ ਜਾਂ ਦੁਸ਼ਮਣ ਔਰਤਾਂ ਨੇ ਜਾ ਕੇ ਉਸਦੀ ਸ਼ਿਕਾਇਤ ਕੀਤੀ। ਦੇਖੋ ਇਸ ਕਿੱਸੇ ਦੇ ਵਿੱਚ ਜਿਹੜੇ ਬੰਦ ਮੈਂ ਪਹਿਲਾਂ ਹੀ ਦੱਸੇ, 94 ਬੰਦ ਜਿਹੜੇ ਨੇ ਸਿਲੈਕਟਡ ਜਿਹੜੇ ਨੇ ਪੀਸ ਉਹ ਲੈ ਕੇ ਸਾਡੀ ਪੁਸਤਕ ਸ਼ਾਮਲ ਕੀਤੇ। ਇਸ ਦੇ ਵਿੱਚ ਬਹੁਤ ਕਿ ਰਾਂਝਾ ਜਿਹੜਾ ਪਸ਼ੂ ਚਾਰਨ ਲੱਗ ਜਾਂਦਾ, ਕਿਸ ਤਰ੍ਹਾਂ ਨੌਕਰ ਲੱਗਦਾ, ਕਿਸ ਤਰ੍ਹਾਂ ਉੱਥੇ ਪਹੁੰਚਦਾ, ਉਹ ਸਾਰੀਆਂ ਚੀਜ਼ਾਂ ਨੇ, ਪਰ ਇਹਨਾਂ ਨੇ ਸਿੱਧਾ ਇੱਥੇ ਹੀਰ ਤੇ ਮਾਂ ਦਾ ਜਿਹੜਾ ਸੰਵਾਦ ਹੈ ਉਹ ਦਿੱਤਾ। ਕਹਿੰਦੇ ਦੂਤੀਆਂ ਆਖਿਆ ਹੀਰ ਦੀ ਮਾਂ ਤਾਂ ਤੇਰੀ ਹੋਈ ਹੈ ਧੀ ਖਰਾਬ ਮੋਈ, ਕਿ ਕੁਝ ਔਰਤਾਂ ਨੇ ਆਣ ਕੇ ਸ਼ਿਕਾਇਤ ਕਰਤਾ, ਔਰਤਾਂ ਨੇ ਆਣ ਕੇ ਹੀਰ ਦੀ ਮਾਂ ਨੂੰ ਸ਼ਿਕਾਇਤ ਲਾਈ ਉਸਦੀ ਕਿ ਤੇਰੀ ਧੀ ਹੀਰ ਜਿਹੜੀ ਹੈ ਉਹ ਖਰਾਬ ਹੋ ਗਈ, ਵਿਗੜ ਗਈ ਹੈ, ਨਾਲ ਚਾਕ ਦੇ ਅੱਖੀਆਂ ਲਾਈਆਂ ਤੂੰ ਅੱਠੇ ਪੈ ਰਹਿੰਦੀ ਗਰਕਾਬ ਮੋਈਏ, ਕਿ ਉਹ ਵਾਗੀ ਦੇ ਨਾਲ ਜਿਹੜਾ ਡੰਗਰ ਚਾਰਨ ਵਾਲਾ ਹੈ ਰਾਂਝਾ, ਉਸ ਦੇ ਨਾਲ ਇਸ਼ਕ ਕਰ ਬੈਠੀ ਹੈ ਤੇ ਅੱਠੇ ਪੈਰ ਉਸ ਦੇ ਖਿਆਲਾਂ ਦੇ ਵਿੱਚ ਹੀ ਖੋਈ ਰਹਿੰਦੀ। ਬੇਲੇ ਜਾਮਦੀ ਯਾਰ ਹੰਡਾਵਦੀ ਏ ਕੱਛੇ ਮਾਰ ਕਿਤਾਬ ਕੁਰਾਨ ਮੰਗੀ, ਕਿ ਬੇਲੇ ਜਾਂਦੀ ਹੈ ਉਹ ਕੁਰਾਨ ਨਾਲ ਲੈ ਕੇ, ਮੈਂ ਕੁਰਾਨ ਪੜ੍ਹਨ ਚੱਲੀ ਹਾਂ, ਇਸ ਬਹਾਨੇ ਦੇ ਨਾਲ ਉਹ ਬੇਲੇ ਜਾ ਕੇ ਆਪਣਾ ਯਾਰ ਰਾਂਝਾ ਜਿਹੜਾ ਉਸ ਨੂੰ ਮਿਲਦੀ ਹੈ, ਉਸ ਦੇ ਇਸ਼ਕ ਦੇ ਵਿੱਚ ਪਈ ਜਿਹੜੇ ਉਸ ਦਾ ਸਾਥ ਹੰਡਾਉਂਦੀ ਹੈ, ਲੇਕਿਨ ਬਹਾਨਾ ਕੁਰਾਨ ਦਾ ਲਗਾ ਕੇ ਜਾਂਦੀ ਕਿ ਕੁਰਾਨ ਲੈ ਕੇ ਮੈਂ ਜਾ ਰਹੀ। ਹੀਰ ਜਾਵਸੀ ਮੁਕਬਲਾ ਚਾਕ ਪਿੱਛੇ ਕਰੀ ਕੁਝ ਕਰੀ ਇਲਾਜ ਸ਼ਤਾਬ ਮੋਈਏ। ਮੁਕਬਲ ਆਖਰੀ ਲਾਈਨਾਂ 'ਚ ਕਹਿੰਦਾ ਕਿ ਉਹ ਔਰਤਾਂ ਉਸਦੀ ਮਾਂ ਨੂੰ ਕਹਿੰਦੀਆਂ ਨੇ ਕਿ ਹੀਰ ਜਿਹੜੀ ਹੈ ਉਹ ਉਸ ਰਾਂਝੇ ਦੇ ਪਿੱਛੇ ਜਾਂਦੀ ਹੈ, ਹੀਰ ਰਾਂਝੇ ਦੇ ਪਿੱਛੇ ਜਾਂਦੀ ਹੈ ਉਸਦੀ, ਇਸ ਕਰਕੇ ਉਸਦਾ ਜਲਦੀ ਦੇ ਨਾਲ ਕੋਈ ਜਿਹੜਾ ਉਹ ਇਲਾਜ ਕਰਨਾ ਬਣਦਾ, ਨਹੀਂ ਤੇ ਉਹ ਤੇਰੀ ਬਦਨਾਮੀ ਦਾ ਜਿਹੜਾ ਉਹ ਕਾਰਨ ਬਣੇਗੀ। ਇਹ ਬੰਦ ਹੈ ਜੀ। ਮਾਂ ਆਖਦੀ ਨੱਡੀਏ ਨਿਜ ਜੰਮੇ, ਸਾਨੂੰ ਜੰਮ ਕੇ ਲਾਇਓ ਨੰਗ ਹੀਰੇ, ਖਲਕ ਡਰੇ ਹਰਾਮ ਦੇ ਖਾਵਣੇ ਤੋਂ, ਸਣੇ ਚਾਕ ਤੂੰ ਖਾਏ ਨਸੰਗ ਹੀਰੇ, ਚੂਚਕ ਸਿਆਲ ਜਦ ਵੱਢ ਕੇ ਕਰੇ ਡੇਰੇ, ਹੋਕ ਚਾਕ ਦਾ ਰੰਗ ਬਦਰੰਗ ਹੀਰੇ, ਖੈਰ ਮੰਗ ਖੁਦਾ ਥੋਂ ਮੁਕਬਲੇ ਦੀ, ਹੁਣ ਛੱਡ ਦੇ ਚਾਕ ਦਾ ਸੰਗ ਹੀਰੇ। ਇਹਨਾਂ ਲਾਈਨਾਂ ਦੇ ਵਿੱਚ, ਇਹਨਾਂ ਤੁਕਾਂ ਦੇ ਵਿੱਚ, ਪ੍ਰਸੰਗ ਦੇ ਵਿੱਚ ਆਖਰੀ 'ਚ ਅਸੀਂ ਲਿਖਾਂਗੇ ਤੇ ਇਹਨਾਂ ਲਾਈਨਾਂ ਦੇ ਵਿੱਚ ਜਦੋਂ ਉਸਦੀ ਮਾਂ ਨੂੰ, ਹੀਰ ਦੀ ਮਾਂ ਨੂੰ ਹੀਰ ਤੇ ਰਾਂਝੇ ਦੇ ਇਸ਼ਕ ਬਾਰੇ ਪਤਾ ਲੱਗਦਾ ਤਾਂ ਉਹ ਉਸਨੂੰ ਡਾਂਟਦੀ ਹੈ, ਦਬਕਾ ਮਾਰਦੀ ਹੈ, ਉਸਨੂੰ ਬੁਰਾ ਭਲਾ ਕਹਿੰਦੀ ਹੈ। ਮਾਂ ਆਖਦੀ ਨੱਡੀਏ ਨਿਜ ਜੰਮੇ, ਸਾਨੂੰ ਜੰਮ ਕੇ ਲਾਇਓ ਨਾ। ਹੀਰ ਦੀ ਮਾਂ ਉਸਨੂੰ ਕਹਿੰਦੀ ਹੈ
कि तू इस नालों चंगा सी साडे घर जन्म ही ना लैंदी, साडे घर जन्म लैके तू सानू बदनाम करन लगी आ, इस दे नालों चंगा सी कि तू जम्मदी ही ना। खलक डरे हराम दे खाम ने तो सने चाक सुखा इंसान। दुनिया तो हराम दा खान तो भी डरदी है, ते तू ये काम रांझे समेत जिहड़ा कर रही है, भाव तू उस दे नाल चाक दे नाल बैठ के हराम दा खानी है। ते फिर तेनू नसांगी शर्म भी नहीं आउंदी, संग भी नहीं आउंदी। चूचक सियाल जद वढ के करे बेरे, हो चाक दा रंग बदरंग ही। जदों तेरा बाप चूचक इस गल बारे उसनू पता लगा, तेरे ते रांझे दे इश्क बारे तेरे बाप नू चूचक नू पता लगा, तां तेरे टुकड़े टुकड़े कर देवेगा। ते फिर ये देख के वो चाक वो रांझा जिहड़ा उसदा भी रंग उड़ जाएगा, भाव वो भी डर जाए, वो भी तेरा मददगार नहीं बनेगा। खैर मंग खुदा तो मुकबले दी, हुण छड्ड दे चाक दा संग हिंदे। मुकबल आखिरी लाइनां च लिखदा ते उसदी मां उसनू कि तू हुण खुदा तो खैर मंग अपनी और अपने रांझे दी, ते उसदा साथ छड्ड दे। इस दे विच ही दोवां दी जिहड़ी वो भलाई है, यही तुहाडे वास्ते चंगा कि तू उसदा साथ जिहड़ा छड्ड दे हुण। हीर मां नू रोक जवाब दिता, कहंदी इश्क बजाए ईमान दी। हाय हाय बेदर्द नू दर्द नाई पाए, जिस लगे सोई जान दी। मैनू चाक दा देखना कीमिया ही, होर सुनड़ी कार जहान दी। सच आख तू मुकबला इश्क बाजों कोल, खलक मिसाल हैवान दी। ते हीर दी मां जदों हीर नू रोकदी है, तां हीर उस अपनी मां नू जिहड़ा वो जवाब देना लाए। हीर मां नू रोक जवाब दिता कि अपनी मां दे बुरा भला कहण तो बाद मां नू अपनी नू जवाब दिंदी है हीर, कहंदी इश्क बजाए ईमान दी। ते इश्क ते जिहड़ा वो धर्म दी थां ते है, इश्क तां धर्म है। हाय हाय बेदर्द नू दर्द नहीं माए, जिस लगे सोई जान दी। ये इश्क इन्ना बेदर्द है, इन्ना बेदर्दी है कि इसनू किसी दे उत्ते भी रहम नहीं आउंदा, दर्द नहीं आउंदा। ये ते जिसनू लगदा है वो ही जानदा है इस बारे, कि जिसनू इश्क हो जावे वो ही जानदा है इस बारे, इस बेदर्द नू किसी ते दर्द। मैनू चाक दा देखना कीमिया है, और सुनड़ी कार जहान। मैनू तो सिर्फ रांझे दे दर्शन करने, रांझे नू देखना जिहड़ा वो ही चंगा लगदा। होर मैनू दुनिया दा कोई भी काम जिहड़ा चंगा नहीं लगदा, होर सारे काम मेरे वास्ते बेकार ने। सच आख तू मुकबला इश्क बाजों कोल, खलक मिसाल हैवान दी। मुकबल आखिर दे विच कहंदा, जो हीर अपनी मां नू कहंदी है कि इश्क तो बिना ते सारी दुनिया जिहड़ी है वो हैवानियत, ये सारी दुनिया जिहड़ी है इश्क तो बिना वो पशुआं वर्गी है। मिसाल हैवान दी नहीं कि हैवानियत वर्गी। इश्क दे नाल ही जिहड़ा प्यार दे नाल ही दुनिया चंगी। कि हीर जिहड़ा अपनी मां नू जवाब दे, हीरे इश्क लगाउणा खरा औखा, वारे इश्क दे मूल ना जौंसे ने। उचरक रांझे दे नाल प्यार ते रज छप के वक्त लंघाउंसे ने। सने चाक जे किसे दी नज़र आवे, हीरे मरींदियां ही मर जाउंसे नी। आ मन तूं आख्या मुकबले दा नहीं, आख पत्थरों पछताउं। इन्हां लाइनां च मां हीर नू समझाउंदी है, रोकदी है रांझे दे नाल इश्क करन। हीरे इश्क लगाउणा खरा औखा, ते मां हीर नू कहंदी है कि इश्क करना जिहड़ा बड़ा औखा काम, बहुत मुश्किल है इश्क नू निभाउणा। वारे इश्क दे मूल ना जासी, तू इस इश्क दे वारे नहीं आ सकदी, भाव इसनू निभा नहीं सकदी। उचरक रांझे दे नाल प्यार तेरा छप के वक्त लंघाउंदा। तेरा रांझे दे नाल प्यार इश्क जिहड़ा उन्ना चिर ही है जिन्ना चिर लुक छुप के उस दे नाल तू वक्त लगाउणी है, इश्क करदी। सने चाक जे किसे दी नज़र आवे, हीरे मरदियां ही। जे रांझे दे नाल तैनू किसे ने देख लिया, जे रांझे दे नाल तू किसे दी नज़र आ गई, किसे नू नज़र आ गई, तां जिउंदे जी मर जाएगी, शर्म दे नाल ही मर जाएगी। इस करके जिन्ना चिर तू लुक छुप के उस दे नाल प्यार इश्क करदी है, उन्ना चिर ही जिहड़ा तेरा इश्क है उस नाल। आ मन तूं आख्या मुकबले दा नहीं, आखबत नूं पछताउं तैनूं। तूं मुकबल आखिरी लाइनां च कहंदा कि उसदी मां हीर नूं समझाउंदी होई कहंदी कि तूं मेरा कहना मन लै, नहीं ते आखिर तैनूं पछताउणा पएगा। ये इश्क जिहड़ा तूं नहीं निभा सकदी, जे तूं मेरा कहना ना मन्नी ना, ते आखिर दे विच तैनूं पछताउणा पऊ। अगला बंद है जी, हीर आखदी बख्शेगा बंदियां नूं, मेरा रब रहीम गफ्फार माए। मैनू आसरा रब करीम दा ही, इस खलक लंघाउणी पार माए। रब खलक मकबूल अल्लाह दे ने, ना ही जाहिलां दा अतबार माए। असां इश्क विहाजिया मुकबले तों,
ਸਭ ਛੱਡਿਆ ਵਣਜ ਵਪਾਰ ਮਾਏ। ਇਹਨਾਂ ਲਾਈਨਾਂ 'ਚ ਜਦੋਂ ਹੀਰ ਦੀ ਮਾਂ ਉਸ ਨੂੰ ਸਮਝਾਉਂਦੀ ਹੈ, ਰੋਕਦੀ ਹੈ ਰਾਂਝੇ ਨਾਲ ਇਸ਼ਕ ਕਰਨ ਤੋਂ, ਤਾਂ ਹੀਰ ਆਪਣੀ ਮਾਂ ਨੂੰ ਜਵਾਬ ਦਿੰਦੀ ਹੈ। ਹੀਰ ਕਹਿੰਦੀ ਹੈ ਆਪਣੀ ਮਾਂ ਨੂੰ ਕਿ ਮਾਂ, ਮੇਰਾ ਰੱਬ ਬਖਸ਼ਣਹਾਰ ਹੈ। ਉਹ ਸਭ ਆਪਣੇ ਬੰਦਿਆਂ ਨੂੰ ਜਿਹੜਾ ਬਖਸ਼ ਦਿੰਦਾ ਹੈ, ਤੇ ਮੈਨੂੰ ਵੀ ਜਿਹੜਾ ਸਾਨੂੰ ਵੀ ਉਹ ਬਖਸ਼ ਦੇਵੇਗਾ। ਮੈਨੂੰ ਤਾਂ ਉਸੇ ਦਾ ਹੀ ਆਸਰਾ ਹੈ। ਮੈਨੂੰ ਆਸਰਾ ਰੱਬ ਕਰੀਮ ਦਾ ਹੀ, ਜਿਸ ਖਲਕ ਲੰਘਾਉਣੇ ਪਾ। ਤੇ ਮੈਨੂੰ ਸਿਰਫ ਉਸ ਰੱਬ ਦਾ ਹੀ ਆਸਰਾ ਹੈ ਜਿਸ ਨੇ ਸਾਰੀ ਦੁਨੀਆ ਨੂੰ ਜਿਹੜਾ ਪਾਰ ਲੰਘਾਉਣਾ ਹੈ। ਰੱਦ ਖਲਕ ਮਕਬੂਲ ਅੱਲਾਹ ਦੇ ਨੇ, ਨਾ ਹੀ ਜਾਹਿਲਾਂ ਦਾ ਅਤਬਾਰ ਮਾਏ। ਕਿ ਜਿਨ੍ਹਾਂ ਨੂੰ ਖਲਕ ਦੁਨੀਆ, ਇਹ ਦੁਨੀਆ ਰੱਦ ਕਰ ਦਿੰਦੀ ਆ, ਨਕਾਰ ਦਿੰਦੀ ਆ, ਉਹ ਉਸ ਅੱਲਾ ਜਿਹੜਾ ਹੈ, ਉਹ ਖੁਦਾ ਜਿਹੜਾ ਹੈ ਉਹਨਾਂ ਨੂੰ ਪ੍ਰਵਾਨ ਕਰਦਾ। ਇਹ ਨਹੀਂ ਜਾਹਿਲਾਂ ਦਾ ਅਤਬਾਰ ਮਾਏ। ਇਹ ਦੁਨੀਆ ਤੇ ਮੂਰਖ ਹਨ ਬਹੁਤ ਸਾਰੇ, ਪਰ ਇਹਨਾਂ ਮੂਰਖਾਂ ਦਾ ਇਤਬਾਰ ਕੋਈ ਇਤਬਾਰ ਨਹੀਂ, ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਨੂੰ ਸਿਰਫ ਉਸ ਰੱਬ ਦਾ ਆਸਰਾ ਹੈ। ਅਸਾਂ ਇਸ਼ਕ ਵਹਾਜਿਆ ਮੁਕਬਲੇ ਤੋਂ ਸਭ ਛੱਡਿਆ ਵਣਜ ਵਪਾਰ ਮਾਏ। ਆਖਰ 'ਚ ਮੁਕਬਲ ਆਖਰੀ ਲਾਈਨਾਂ 'ਚ ਕਹਿੰਦਾ ਕਿ ਆਪਣੀ ਮਾਂ ਨੂੰ ਹੀਰ ਜਵਾਬ ਦਿੰਦੀ ਕਿ ਮੈਂ ਇਸ਼ਕ ਜਿਹੜਾ ਹੈ ਉਸ ਖੁਦਾ ਤੋਂ ਹੀ ਪ੍ਰਾਪਤ ਕੀਤਾ। ਮੈਂ ਇਹ ਇਸ਼ਕ ਜਿਹੜਾ ਹੈ ਉਹ ਉਸ ਪਰਮਾਤਮਾ ਤੋਂ ਹੀ ਮੈਨੂੰ ਮਿਲਿਆ। ਮੈਂ ਸਾਰਾ ਵਣਜ ਵਪਾਰ ਜਿਹੜਾ ਨੇ, ਧੰਦੇ ਜਿਹੜੇ ਨੇ ਉਹ ਛੱਡ ਦਿੱਤੇ ਨੇ, ਤੇ ਇਹ ਜਿਹੜਾ ਇਸ਼ਕ ਹੈ ਇਹ ਇਹਦੇ ਨਾਲ ਹੀ ਮੇਰਾ ਵਾਸਤਾ ਹੈ। ਹੋਰ ਕਿਸੇ ਗੱਲ ਨਾਲ ਮੇਰਾ, ਹੋਰ ਕਿਸੇ ਵਣਜ ਵਪਾਰ ਨਾਲ ਮੇਰਾ ਵਾਸਤਾ ਨਹੀਂ। ਅੱਗੇ ਮਲਕੀ ਦੇਖ ਕੇ ਹੀਰ ਦਾ ਸ਼ੋਕ ਦੀਦਾ, ਚੁੱਪ ਕੀਤੀ ਸੁਚੋਰ ਦੀ ਮਾਂ ਵਾਂਗੂ, ਆਹੀਂ ਮਾਰ ਕੇ ਹੋ ਲਾਚਾਰ ਰੋਣੀ ਹੰਝੂ ਮੈਂ ਠਾਠੀ ਦਰਿਆ ਵਾਂਗ। ਬੋਲ ਹੀਰ ਦਾ ਮਾਂ ਨੂੰ ਪਿਆਰ ਅੜਕੇ, ਸੀਨੇ ਵਿੱਚ ਤਲਵਾਰ ਦੇ ਘਾਹ ਵਾਂਗੂ, ਮਾਰ ਇਸ਼ਕ ਨੇ ਪੁਰੇ ਦੀ ਦੀਵਾ ਅਕਲ ਦਾ ਮੁਕਬਲਾ ਸਰਦ ਕੀਤਾ, ਮਾਰ ਇਸ਼ਕ ਨੇ ਪੁਰੇ ਦੀ ਵਾਹ ਵਾਂਗ। ਇਹਨਾਂ ਲਾਈਨਾਂ ਕਿ ਹੀਰ ਦੀਆਂ ਗੱਲਾਂ ਸੁਣ ਕੇ ਉਸਦੀ ਮਾਂ ਮਲਕੀ ਜਿਹੜੀ ਹੈ ਉਹ ਬੜੀ ਹੈਰਾਨ ਹੋ ਜਾਂਦੀ, ਉਹ ਬੜੀ ਹੈਰਾਨ ਰਹਿ ਜਾਂਦੀ, ਚੁੱਪ ਕਰ ਜਾਂਦੀ ਹੈ। ਇਹਨਾਂ ਲਾਈਨਾਂ ਦੇ ਵਿੱਚ ਦੱਸਿਆ ਗਿਆ, ਪ੍ਰਸੰਗ ਦੇ ਵਿੱਚ ਇਹ ਲਿਖਾਂਗੇ। ਮਲਕੀ ਦੇਖ ਕੇ ਹੀਰ ਦਾ ਸ਼ੋਕ ਦੀਦਾ, ਚੁੱਪ ਕੀਤੀ ਸੁਚੋਰ ਦੀ ਮਾਂ ਵਾਂਗੂ। ਇਸ ਆਖਰੀ ਬੰਦ ਦੇ ਵਿੱਚ ਕਵੀ ਲਿਖਦਾ ਕਿ ਜਦੋਂ ਹੀਰ ਦੀ ਤੇ ਉਸਦੀ ਮਾਂ ਦੀ ਬਹਿਸ ਹੁੰਦੀ ਹੈ, ਤੇ ਹੀਰ ਦੀਆਂ ਗੱਲਾਂ ਸੁਣ ਕੇ ਜਿਹੜਾ ਹੈ ਉਸਦੀ ਮਾਂ ਮਲਕੀ ਹੈ, ਉਸਦੀ ਬੇਸ਼ਰਮ ਸ਼ੋਕ ਦੀਦਾ ਬੇਸ਼ਰਮ ਨਜ਼ਰਾਂ ਵੱਲ ਵੇਖਦੀ ਹੈ। ਮਲਕੀ ਦੇਖ ਕੇ ਹੀਰ ਦਾ ਸ਼ੋਕ, ਕਿ ਹੀਰ ਦੀਆਂ ਗੱਲਾਂ ਸੁਣ ਕੇ ਉਸਦੀ ਮਾਂ ਮਲਕੀ ਜਿਹੜੀ ਹੈ ਉਸਦੀਆਂ ਅੱਖਾਂ ਦੇ ਵਿੱਚ ਬੇਸ਼ਰਮੀ ਦੇਖਦੀ ਹੈ, ਤੇ ਫਿਰ ਇਸ ਤਰ੍ਹਾਂ ਚੁੱਪ ਕਰ ਜਾਂਦੀ ਹੈ ਉਸਦੇ ਅੱਗੇ, ਜਿਵੇਂ ਚੋਰ ਦੀ ਮਾਂ ਜਿਹੜੀ ਹੈ ਉਹ ਚੁੱਪ ਵੱਟ ਜਾਂਦੀ ਹੈ। ਆਹੀਂ ਮਾਰ ਕੇ ਹੋ ਲਾਚਾਰ ਰੋਣੀ ਹੰਝੂ ਵਹਿਣ ਠਾਠੀ ਦਰਿਆ ਵਾਂਗੂ। ਤੇ ਆਹਾਂ ਭਰਦੀ ਹੋਈ, ਹੋ ਕੇ ਭਰਦੀ ਹੋਈ, ਬੇਵੱਸ ਹੋਈ ਉਹ ਉਸਦੀ ਮਾਂ ਹੀਰ ਦੀ ਜਿਹੜੀ ਹੈ ਉਹ ਰੋਣ ਲੱਗਦੀ ਹੈ, ਹੰਝੂ ਡੋਲਣ ਲੱਗਦੀ, ਜਿਵੇਂ ਉਸਦੀਆਂ ਅੱਖਾਂ 'ਚੋਂ ਹੰਝੂ ਇਸ ਤਰ੍ਹਾਂ ਵਗ ਰਹੇ ਸੀ ਜਿਵੇਂ ਦਰਿਆ ਵਗ ਰਿਹਾ ਹੋਵੇ। ਬੋਲ ਹੀਰ ਦਾ ਮਾਂ ਨੂੰ ਪਿਆਰ ਅੜਕੇ, ਸੀਨੇ ਵਿੱਚ ਤਲਵਾਰ ਦੇ ਘਾਹ ਵਾਂਗੂ। ਤੇ ਹੀਰ ਦੇ ਬੋਲ ਜਿਹੜੇ ਸੀ, ਹੀਰ ਦੀਆਂ ਗੱਲਾਂ ਜਿਹੜੀਆਂ ਸੀ, ਉਹ ਉਸਦੀ ਮਾਂ ਦੇ ਸੀਨੇ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਰੜਕ ਰਹੀਆਂ ਸੀ ਜਿਵੇਂ ਤਲਵਾਰ ਦਾ ਜ਼ਖਮ ਦਿੱਤਾ ਹੋਵੇ ਕਿਸੇ ਨੇ। ਦੀਵਾ ਅਕਲ ਦਾ ਮੁਕਬਲਾ ਸਰਦ ਕੀਤਾ, ਮਾਰ ਇਸ਼ਕ ਨੇ ਪੁਰੇ ਦੀ ਵਾਹ ਵਾਂਗੂ। ਮੁਕਬਲ ਅੰਤਮ ਪੰਕਤੀਆਂ ਦੇ ਵਿੱਚ ਕਹਿੰਦਾ ਹੈ ਕਿ ਹੀਰ ਦੇ ਇਹਨਾਂ ਬੋਲਾਂ ਨੇ ਜਿਹੜਾ ਹੈ ਦੀਵਾ ਅਕਲ ਦਾ ਮੁਕਬਲਾ ਸਰਦ ਕੀਤਾ, ਮਾਰ ਇਸ਼ਕ ਨੇ ਪੁਰੇ ਦੀ ਵਾਹ ਵਾਂਗੂ। ਕਿ ਇੰਝ ਲੱਗਦਾ ਹੈ ਉਸਦੀ ਮਾਂ ਨੂੰ ਕਿ ਜਿਵੇਂ ਹੀਰ ਦੀ ਅਕਲ ਦਾ ਦੀਵਾ ਜਿਹੜਾ ਉਹ ਇਸ਼ਕ ਨੇ ਬੁਝਾ ਦਿੱਤਾ ਹੋਵੇ, ਜਿਵੇਂ ਪੁਰੇ ਦੀ ਵਾਹ ਜਿਹੜੀ ਹੈ ਉਹ ਲੱਗਣ ਨਾਲ ਦੀਵਾ ਗੁੱਲ ਹੋ ਜਾਂਦਾ। ਇਸ ਤਰ੍ਹਾਂ ਹੀਰ ਦੀ ਅਕਲ ਜਿਵੇਂ ਮਾਰੀ ਗਈ ਹੋਵੇ, ਇਹ ਉਸਦੀ ਮਾਂ ਨੂੰ ਜਿਹੜਾ ਮਹਿਸੂਸ ਹੁੰਦਾ। ਆਖਰ ਦੇ ਵਿੱਚ ਇਹ ਪਿਆਰੇ ਵਿਦਿਆਰਥੀਓ, ਮੁਕਬਲ ਦਾ ਹੀਰ ਤੇ ਰਾਂਝੇ ਦੀ ਰਚਨਾ ਜਿਹੜੀ ਸਾਡੀ ਪਾਠ ਪੁਸਤਕ ਸ਼ਾਮਲ ਉਸਦੀ ਪ੍ਰਸੰਗ ਵਿਆਖਿਆ ਸੀ। ਤੇ ਹੁਣ ਇਸ ਦੇ ਨਾਲ ਹੀ ਕੁਛ ਇੱਕ ਛੋਟੇ ਪ੍ਰਸ਼ਨ ਜਿਹੜੇ ਨੇ, ਆਬਜੈਕਟਿਵ ਟਾਈਪ ਪ੍ਰਸ਼ਨ ਜਿਹੜੇ ਨੇ ਉਹ ਬਣਦੇ ਨੇ ਇਸ ਦੇ ਵਿੱਚੋਂ। ਜਿਵੇਂ ਕਿ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਵੇਗਾ, ਉਸਦੇ 4 ਉੱਤਰ ਦਿੱਤੇ ਜਾਣਗੇ, 3 ਗਲਤ ਹੁੰਦੇ ਨੇ, ਇੱਕ ਠੀਕ। ਜਿਹੜਾ ਠੀਕ ਹੈ ਉਹ ਉੱਤਰ ਤੁਸੀਂ ਦੇਣਾ ਚੁਣ ਕੇ, ਜਿਵੇਂ ਕਿ ਹੀਰ ਰਾਂਝਾ ਕਵਿਤਾ ਰਚਨਾ ਕਿਸ ਦੀ ਹੈ, ਸ਼ਾਹ ਹੁਸੈਨ ਦੀ, ਅਗਰਾ ਦੀ, ਹਾਸ਼ਮ ਦੀ ਜਾਂ ਮੁਕਬਲ ਦੀ। ਇਹਦਾ ਉਹ ਸਹੀ ਉੱਤਰ ਹੈ ਮੁਕਬਲ ਦੀ। ਫਿਰ ਇਹਦੇ 'ਚ ਮੁਕਬਲ ਨੇ ਹੀਰ ਰਾਂਝੇ ਦਾ ਕਿੱਸਾ ਕਿਸ ਦੇ ਕਹਿਣ ਉੱਤੇ ਲਿਖਿਆ, ਇਹ ਆਪਾਂ ਸ਼ੁਰੂ ਦੇ ਵਿੱਚ ਪਹਿਲਾ ਬੰਦ ਜਿਹੜਾ ਉਹ ਪੜ੍ਹਿਆ ਸੀਗਾ, ਉਸ ਦੇ ਵਿੱਚ ਇਸ ਦਾ ਉੱਤਰ ਪਿਆ ਭੈਣਾਂ ਦੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਜਾਂ ਆਪਣੇ ਪਿੰਡ ਵਾਲਿਆਂ ਦੇ ਜਾਂ ਪਤਨੀ ਦੇ ਜਾਂ ਆਪਣੇ ਮਿੱਤਰਾਂ ਦੇ, ਦੋਸਤਾਂ ਦੇ। ਇਹਦਾ ਜਵਾਬ ਜਿਹੜਾ ਸਹੀ ਇਹੀ ਹੈ ਕਿ ਆਪਣੇ ਮਿੱਤਰਾਂ ਦੇ, ਦੋਸਤਾਂ ਦੇ। ਜਿਹੜਾ ਰਾਂਝੇ ਦੇ
ਪਿਤਾ ਦਾ ਕੀ ਨਾਮ ਸੀ? 4 ਉੱਤਰ ਦਿੱਤੇ ਹੋਣਗੇ, ਉਹਨਾਂ ਚੋਂ ਸਹੀ ਉੱਤਰ ਹੋਏਗਾ ਮੌਜੂ। ਰਾਂਝਾ ਆਖਰ ਦੇ ਵਿੱਚ ਜਿਹੜਾ ਉਹ ਕਿੱਥੇ ਚਲਾ ਜਾਂਦਾ ਹੈ? ਕਿੱਥੇ ਜਾਂਦਾ ਹੈ? ਆਪਣਾ ਤਖਤ ਹਜ਼ਾਰਾ ਪਿੰਡ ਛੱਡ ਕੇ ਰਾਂਝਾ ਕਿੱਥੇ ਜਾਂਦਾ ਹੈ ਨਾ? ਚੰਗ ਜਾਮਨੇ ਦਾ ਸਮਿਆਨ ਕੀਤਾ, ਚੰਗ ਸਿਆਲ ਜਾਂਦਾ ਹੈ ਉਹ। ਇਸ਼ਕ ਦੇ ਬਦਲੇ ਰਾਂਝੇ ਨੇ ਆਪਣਾ ਜਿਹੜਾ ਕੀ ਕੁਛ ਕੁਰਬਾਨ ਕਰ ਦਿੱਤਾ? ਮਾਨ ਸਨਮਾਨ ਸਭ ਕੁਝ ਕੁਰਬਾਨ ਕਰ ਦਿੱਤਾ। ਫਿਰ ਹੀਰ ਤੇ ਰਾਂਝੇ ਦਾ ਪਹਿਲਾ ਮਿਲਾਪ ਜਿਹੜਾ ਕਿੱਥੇ ਹੁੰਦਾ? ਲੁੱਡਣ ਦੀ ਬੇੜੀ 'ਚ, ਮੇਲੇ 'ਚ, ਘਰ 'ਚ ਜਾਂ ਤਖਤ ਹਜ਼ਾਰੇ? ਕਿੱਥੇ ਹੁੰਦਾ? ਲੁੱਡਣ ਦੀ ਬੇੜੀ ਵਿੱਚ। ਆਪਾਂ ਪੜ੍ਹਿਆ ਸੀ ਜਦੋਂ ਮੁਲਾਹ ਨੂੰ ਬੁਰਾ ਭਲਾ ਕਹਿ ਕੇ ਫਿਰ ਰਾਂਝੇ ਨੂੰ ਜਗਾਉਂਦੀ ਹੈ, ਉੱਥੇ ਇਸ਼ਕ ਹੁੰਦਾ ਉਸਨੂੰ। ਇਹ ਵੀ ਕੁਐਸਚਨ ਆ ਸਕਦਾ ਕਿ ਹੀਰ ਨੂੰ ਪਹਿਲੀ ਵਾਰ ਇਸ਼ਕ ਜਿਹੜਾ ਰਾਂਝੇ ਦੇ ਨਾਲ ਉਹ ਕਿੱਥੇ ਹੋਇਆ ਸੀ? ਉਹ ਲੁੱਡਣ ਦੀ ਬੇੜੀ ਦੇ ਵਿੱਚ ਹੀ। ਰਾਂਝਾ ਕਿੱਥੋਂ ਦਾ ਰਹਿਣ ਵਾਲਾ ਸੀ? ਸਿਆਲਾਂ ਦਾ, ਤਖਤ ਹਜ਼ਾਰੇ ਦਾ, ਲਾਹੌਰ ਦਾ ਜਾਂ ਮੁਲਤਾਨ ਦਾ? ਇਹਦਾ ਸਹੀ ਉੱਤਰ ਹੈ ਕਿ ਰਾਂਝਾ ਤਖਤ ਹਜ਼ਾਰੇ ਦਾ ਜਿਹੜਾ ਉਹ ਰਹਿਣ ਵਾਲਾ ਸੀ। ਫਿਰ ਉਸ ਤੋਂ ਬਾਅਦ ਹੀਰ ਦੀ ਮਾਂ ਉਸਨੂੰ ਕਿਸ ਗੱਲੋਂ ਰੋਕਦੀ? ਹੀਰ ਦੀ ਮਾਂ ਉਸਨੂੰ ਰਾਂਝੇ ਨਾਲ ਇਸ਼ਕ ਕਰਨ ਤੋਂ ਜਿਹੜਾ ਉਹ ਰੋਕਦੀ ਆ। ਹੀਰ ਦੀਆਂ ਨਜ਼ਰਾਂ ਦੇ ਵਿੱਚ ਇਸ਼ਕ ਨੂੰ ਸਿਰੇ ਚੜਾਉਣ ਵਾਲਾ ਜਿਹੜਾ ਕੌਣ ਹੈ? ਬੰਦੇ, ਮਾਪੇ, ਰਾਂਝਾ ਜਾਂ ਰੱਬ ਸੱਚਾ? ਰੱਬ ਸੱਚਾ ਇਹਦਾ ਸਹੀ ਉੱਤਰ ਹੈ। ਆਖਰੀ ਦੇ ਵਿੱਚ ਜਿਹੜਾ ਸੀ ਮਲਕੀ ਦੇਖ ਕੇ ਹੀਰ ਦਾ ਸ਼ੋਕ ਦਿੱਤਾ, ਇਸ ਦੇ ਵਿੱਚ ਮਲਕੀ ਕੌਣ ਹੈ? ਮਲਕੀ ਹੀਰ ਦੀ ਮਾਂ ਹੈ। ਇਸ ਤਰ੍ਹਾਂ ਇਹ ਛੋਟੇ ਪ੍ਰਸ਼ਨ ਜਿਹੜੇ ਨੇ ਉਹ ਕੁਛ ਇੱਕ ਬਣਦੇ ਨੇ। ਇਹ ਅਸੀਂ ਇਸ ਤਰ੍ਹਾਂ ਕਰਾਂਗੇ, 4 ਉੱਤਰਾਂ ਦੇ ਵਿੱਚੋਂ ਇੱਕ ਸਹੀ ਜਿਹੜਾ ਚੁਣ ਕੇ ਉਹ ਲਿਖਣਾ ਹੁੰਦਾ ਉਹ ਲਿਖਾਂਗੇ। ਪਰ ਕੋਸ਼ਿਸ਼ ਕਰਿਓ ਬੱਚਿਓ ਕਿ ਪੂਰਾ ਪਹਿਲਾਂ ਪ੍ਰਸ਼ਨ ਲਿਖ ਕੇ ਉਸ ਤੋਂ ਬਾਅਦ ਉਸਦਾ ਸਹੀ ਉੱਤਰ ਜਿਹੜਾ ਉਹ ਤੁਸੀਂ ਲਿਖੋ, ਉਹ ਜ਼ਿਆਦਾ ਵਧੀਆ ਹੋਏਗਾ ਤੁਹਾਡੇ ਵਾਸਤੇ। ਤੁਹਾਡਾ ਅੱਜ ਪ੍ਰਸੰਗ ਵਿਆਖਿਆ ਚੁਣਨ ਲਈ ਬਹੁਤ ਬਹੁਤ ਸਾਰਿਆਂ ਦਾ ਇੱਕ ਵਾਰੀ ਧੰਨਵਾਦ।